बहुत ही प्यारे बच्चों, ਅੱਜ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇਕਾਂਗੀ ਭਾਗ। ਬੱਚੋ ਅਸਲ ਦੇ ਵਿੱਚ ਜਿਹੜੀ ਇਕਾਂਗੀ ਹੁੰਦੀ ਹੈ ਨਾ, ਇਹ ਸਟੇਜ ਦੇ ਉੱਪਰ ਪੇਸ਼ ਕੀਤੀ ਜਾਂਦੀ ਹੁੰਦੀ ਹੈ। ਇਹ ਕੋਈ ਇੱਦਾਂ ਨਹੀਂ ਹੈ ਬੱਚੋ ਵੀ ਬੁੱਕ ਤੁਹਾਨੂੰ ਦਿੱਤੀ ਹੋਈ ਹੈ ਅਤੇ ਬੁੱਕ ਤੁਸੀਂ ਚੱਕੋ ਅਤੇ ਬੁੱਕ ਪੜ੍ਹਨ ਲੱਗ ਜਾਓ। ਨਹੀਂ ਬੱਚੋ, ਹੈ ਨਾ। ਪੜ੍ਹਨ ਲਈ ਉਂਝ ਜੇ ਆਪਾਂ ਆਪਣੇ ਮਨੋਰੰਜਨ ਲਈ ਪੜ੍ਹਨਾ ਹੋਵੇ ਬਹੁਤ ਵਧੀਆ ਹੈ, ਪਰ ਅਸਲ ਦੇ ਵਿੱਚ ਜਿਹੜੀ ਇਹਦੀ ਬਣਦੀ ਜਗ੍ਹਾ ਹੁੰਦੀ ਹੈ ਨਾ ਇਕਾਂਗੀ ਦੀ, ਉਹ ਜਿਹੜਾ ਹੈ ਦੂਜਿਆਂ ਦੇ ਸਾਹਮਣੇ ਜਿੰਨੇ ਵੀ ਪਾਤਰ ਦਿੱਤੇ ਹੋਏ ਨੇ ਉਹ ਆਪਣੀ ਆਪਣੀ ਗੱਲ ਦੱਸਦੇ ਨੇ ਵਾਰਤਾਲਾਪਾਂ ਦੇ ਰਾਹੀਂ, ਹੈ ਨਾ। ਅਸਲ 'ਚ ਇਹ ਨਾਟਕ ਦਾ ਇੱਕ ਰੂਪ ਹੈ, ਠੀਕ ਹੈ ਨਾ। ਇਸ ਦੀ ਪੇਸ਼ਕਾਰੀ ਹੈ ਜੋ ਤਕਨੀਕ ਹੈ ਉਹ ਨਾਟਕ ਨਾਲੋਂ ਥੋੜ੍ਹੀ ਜਿਹੀ ਵੱਖਰੀ ਹੁੰਦੀ ਹੈ। ਇਸ ਵਿੱਚ ਜੀਵਨ ਦੀ ਇੱਕ ਘਟਨਾ, ਠੀਕ ਹੈ, ਇੱਕ ਕਾਤਰ ਜਾਂ ਇੱਕ ਸਮੱਸਿਆ ਨੂੰ ਵਿਸ਼ਾ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਇਹਨੂੰ ਕਿਹਾ ਜਾਂਦਾ ਬੱਚੋ ਇੱਕ ਅੰਗੀ, ਹੈ ਨਾ। ਇੱਕ ਅੰਗ ਮਤਲਬ ਇੱਕ ਕੋਈ ਘਟਨਾ ਹੋ ਗਈ ਉਹਦਾ ਇੱਕ ਅੰਗ ਆਪਾਂ ਪੇਸ਼ ਕਰਨਾ ਹੈ, ਠੀਕ ਹੈ ਨਾ। ਅਤੇ ਸਭ ਤੋਂ ਪਹਿਲਾਂ ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਹੈ ਉਹ ਇਕਾਂਗੀ ਹੈ ਬੰਬ ਕੇਸ। ਅਤੇ ਬੱਚੋ ਅਗਰ ਹੁਣ ਆਪਾਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ, ਪੇਪਰ ਦੇ ਨਜ਼ਰੀਏ ਤੋਂ ਗੱਲ ਕਰੀਏ, ਤਾਂ ਜਿਹੜਾ ਤੁਹਾਡੇ ਪੇਪਰ ਦੇ ਵਿੱਚ ਆਉਂਦਾ ਇਕਾਂਗੀ ਦਾ ਸਾਰ ਨਹੀਂ ਆਉਂਦਾ ਬੱਚੋ, ਕਹਾਣੀ ਦਾ ਸਾਰ ਆਉਂਦਾ। ਸਰਲ ਭਾਸ਼ਾ 'ਚ ਮੈਂ ਦੱਸਦਾ, ਤੁਸੀਂ ਫਿਲਮ ਦੇਖ ਕੇ ਆਉਂਦੇ ਹੋ ਨਾ, ਸਾਰੇ ਬੱਚੇ ਫਿਲਮ ਦੇਖਦੇ ਹੋ, ਤਾਂ ਜਿਹੜੀ ਫਿਲਮ ਦੇ ਵਿੱਚ ਪਾਤਰ ਨੇ, ਜਿਹੜੇ ਨਾਇਕ ਨੇ, ਹੀਰੋ ਹੀਰੋਇਨ ਨੇ, ਜਿਹੜੇ ਆਪਣੇ ਆਪਣੇ ਡਾਇਲੋਗ ਬੋਲਦੇ ਨੇ ਬੱਚੇ, ਉਹ ਤਾਂ ਇਕਾਂਗੀ ਦਾ ਰੂਪ ਹੈ ਮੰਨ ਲਓ, ਹੈ ਨਾ। ਪਰ ਜਦੋਂ ਉਹੀ ਫਿਲਮ ਦੀ ਕਹਾਣੀ ਤੁਸੀਂ ਦੂਜਿਆਂ ਨੂੰ ਸੁਣਾਉਣੀ ਹੋ ਕਿ ਉਹਦੇ ਵਿੱਚ ਤੁਸੀਂ ਡਾਇਲੋਗ ਨਹੀਂ ਇੰਨੇ ਬੋਲਦੇ, ਹੋ ਸਕਦਾ ਇੱਕ ਅੱਧਾ ਬੋਲ ਦਿਓ, ਪਰ ਪੂਰੀ ਦੀ ਪੂਰੀ ਕਹਾਣੀ ਹੈ ਨਾ। ਉਹ ਕੀ ਹੈ ਇੱਕ ਬੱਚੋ, ਇੱਕ ਤਰ੍ਹਾਂ ਨਾਲ ਉਹ ਕਹਾਣੀ ਹੋ ਗਈ, ਠੀਕ ਹੈ। ਅਤੇ ਜੋ ਹੀਰੋ ਹੀਰੋਇਨ ਬੋਲਦੇ ਨੇ ਉਹ ਇੱਕ ਤਰ੍ਹਾਂ ਨਾਲ ਕੀ ਹੈ ਬੱਚੋ, ਪੂਰੀ ਇਕਾਂਗੀ ਹੋ ਗਈ, ਹੈ ਨਾ। ਇਕਾਂਗੀ ਹੋਊਗੀ ਜਿਵੇਂ ਹੁਣ ਪੂਰੀ ਫਿਲਮ ਦੇ ਵਿੱਚ ਤਾਂ ਕਿੰਨੀਆਂ ਘਟਨਾਵਾਂ ਆ ਜਾਂਦੀਆਂ ਨੇ, ਉਹਦੇ ਵਿੱਚੋਂ ਆਪਾਂ ਇੱਕ ਘਟਨਾ ਲੈ ਲਈਏ ਉਹਨੂੰ ਪੇਸ਼ ਕਰੀਏ, ਉਹ ਇੱਕ ਅੰਗ ਹੋ ਗਿਆ, ਇਕਾਂਗੀ ਹੋ ਗਈ, ਹੈ ਨਾ। ਅਤੇ ਹੁਣ ਆਪਾਂ ਪੇਪਰ ਦੇ ਨਜ਼ਰੀਏ ਤੋਂ ਹੀ ਗੱਲ ਕਰਾਂਗੇ ਵੀ ਪੇਪਰ ਦੇ ਵਿੱਚ ਬੱਚੋ ਇਸ ਦੇ ਤੁਹਾਨੂੰ ਵਾਰਤਾਲਾਪ ਆਉਂਦੇ ਹੁੰਦੇ ਨੇ ਅਤੇ ਪਾਤਰ ਆਉਂਦੇ ਹੁੰਦੇ ਨੇ, ਠੀਕ ਹੈ। ਅਤੇ ਜਿਹੜੀ ਇਕਾਂਗੀ ਆਪਾਂ ਪੜ੍ਹਾਂਗੇ ਤੁਹਾਡੇ ਸਾਹਮਣੇ ਇਸ ਕਰਕੇ ਪੜ੍ਹਾਂਗੇ ਤਾਂ ਜੋ ਤੁਹਾਨੂੰ ਵਾਰਤਾਲਾਪ ਦੀ ਜਾਣ ਪਛਾਣ ਹੋ ਜਾਵੇ, ਤਾਂ ਜੋ ਪੇਪਰ ਦੇ ਵਿੱਚ ਜੋ ਵੀ ਵਾਰਤਾਲਾਪ ਆਉਣ ਤੁਸੀਂ ਉਹਨੂੰ ਚੰਗੀ ਤਰ੍ਹਾਂ ਦੇਖ ਸਕੋ। ਅਤੇ ਜਿਹੜੇ ਪਾਤਰ ਚਿੱਤਰਨ ਨੇ ਉਹ ਆਪਾਂ ਇਕਾਂਗੀ ਦੇ ਅੰਤ ਦੇ ਵਿੱਚ ਉਹ ਤੁਹਾਨੂੰ ਦੱਸਾਂਗੇ, ਠੀਕ ਹੈ, ਵੀ ਪਾਤਰ ਦਾ ਕਿਹੋ ਜਿਹਾ ਸੁਭਾਅ ਸੀ। ਵੈਸੇ ਤਾਂ ਜ਼ਰੂਰੀ ਨਹੀਂ ਜੋ ਮੈਂ ਦੱਸਾਂਗੀ ਤੁਹਾਨੂੰ ਉਹੀ ਤੁਸੀਂ ਲਿਖਣਾ ਹੈ, ਤੁਸੀਂ ਆਪਣੇ ਅਨੁਸਾਰ ਵੀ ਹਰ ਇੱਕ ਗੱਲ 'ਚੋਂ ਗੱਲ ਕੱਢ ਕੇ ਪੇਸ਼ ਕਰ ਸਕਦੇ ਹੋ, ਠੀਕ ਹੈ ਨਾ। ਭਾਵੇਂ 100 ਪੁਆਇੰਟ ਬਣਾ ਲਓ ਉਹ ਵੀ ਘੱਟ ਨੇ, ਮਤਲਬ ਇੰਨੇ ਪੁਆਇੰਟ ਆਪਾਂ ਨੂੰ ਮਿਲ ਜਾਂਦੇ ਨੇ। ਅਤੇ ਉਹ ਆਪਾਂ ਗਾਈਡ ਚੱਕ ਕੇ ਜਾਂ ਤੁਸੀਂ ਕੋਈ ਹੋਰ ਇੱਧਰੋਂ ਉੱਧਰੋਂ ਚੱਕ ਕੇ ਨਹੀਂ, ਆਪਾਂ ਉਹੀ ਲਿਖਣਾ ਹੁੰਦਾ। ਅਤੇ ਬੜਾ ਕੁਛ ਆਪਾਂ ਨੂੰ ਆਪਣੇ ਵੱਲੋਂ ਵੀ ਮਿਲ ਜਾਂਦਾ ਹੈ ਨਾ, ਆਪਾਂ ਕੋਸ਼ਿਸ਼ ਨਹੀਂ ਕਰਦੇ ਹੈ ਨਾ ਬੱਚੋ, ਪਰ ਆਪਾਂ ਕੋਸ਼ਿਸ਼ ਕਰਨੀ ਆਪਣੇ ਵੱਲੋਂ ਹੀ ਲਿਖਿਆ ਕਰਨਾ, ਠੀਕ ਹੈ। ਚਲੋ ਫਿਰ ਬੰਬ ਕੇਸ ਜਿਹੜੀ ਇਕਾਂਗੀ ਹੈ ਬਲਵੰਤ ਗਾਰਗੀ ਜੀ ਦੁਆਰਾ ਲਿਖੀ ਹੋਈ ਹੈ ਬੱਚੋ, ਅਤੇ ਇਸ ਦੇ ਵਿੱਚ ਜੋ ਵੀ ਵਾਰਤਾਲਾਪ ਨੇ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਕਹਾਣੀ ਦੱਸਦਾ ਇੱਕ ਤਰ੍ਹਾਂ ਨਾਲ। ਇਹ ਹੁੰਦਾ ਕੀ ਹੈ ਬੱਚੋ, ਬੰਬ ਕੇਸ ਮਤਲਬ ਕਿਸੇ ਬੰਬ ਦੇ ਜਿਹੜਾ ਕੋਈ ਕੇਸ ਆ ਉਹ ਪੈ ਜਾਂਦਾ ਕਿਸੇ ਇਨਸਾਨ 'ਤੇ। ਕੌਣ ਹੁੰਦਾ ਉਹ? ਵਜ਼ੀਰਾ। ਅਸਲ ਦੇ ਵਿੱਚ ਇਹ ਕਹਾਣੀ ਆ ਪੁੱਤਰ ਰਿਫਿਊਜੀ ਜਿਹੜੇ ਬਾਹਰੋਂ ਆਏ ਹੋਏ ਨਾ, ਪਾਕਿਸਤਾਨ ਤੋਂ ਇੱਧਰ ਆਏ ਹੋਏ ਸੀ, ਉਦੋਂ ਉਹਨਾਂ ਨੂੰ ਇੱਕਦਮ ਘਰ ਨਹੀਂ ਸੀ ਬਣੇ ਉਹਨਾਂ ਦੇ, ਅਤੇ ਉਹਨਾਂ ਨੂੰ ਉਹੀ ਕੱਚੇ ਕੋਠਿਆਂ 'ਚ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਇਹ ਉਹ ਪਰਿਵਾਰ ਦੀ ਮਤਲਬ ਇੱਕ ਗਰੀਬ ਪਰਿਵਾਰ ਹੈ ਬੱਚੋ, ਜਿਹੜਾ ਪਾਕਿਸਤਾਨ ਦੇ ਵਿੱਚ ਸਭ ਕੁਛ ਆਪਣਾ ਛੱਡ ਆਉਂਦਾ ਹੈ, ਅਤੇ ਇੱਥੇ ਆ ਕੇ ਉਹਨਾਂ ਨੂੰ ਮਤਲਬ ਮਜ਼ਦੂਰੀ ਕਰਨੀ ਪੈਂਦੀ ਹੈ। ਅਤੇ ਇੱਕ ਵੀਰਾਂ ਵਾਲੀ ਹੁੰਦੀ ਹੈ, ਉਹਦੀ ਲੜਕੀ ਹੁੰਦੀ ਹੈ ਅਤੇ ਉਹਦੇ ਮੁੰਡੇ ਹੁੰਦੇ ਨੇ, ਅਤੇ ਵਜ਼ੀਰ ਹੈ ਜੋ ਟਾਂਗੇ ਦੇ ਬੰਬ ਬਣਾਉਂਦਾ ਹੁੰਦਾ ਹੈ। ਅਤੇ ਇੱਕ ਪੁਲਿਸ ਵਾਲਾ ਜਿਹੜਾ ਥਾਣੇਦਾਰ ਹੁੰਦਾ ਅਤੇ ਸਿਪਾਹੀ, ਉਹਨਾਂ ਨੂੰ ਸ਼ੱਕ ਪੈ ਜਾਂਦਾ ਵੀ ਇਹ ਕਿਤੇ ਕੀ ਕਾਹਦੇ ਬੰਬ ਬਣਾਉਂਦੇ ਨੇ, ਜਿਹੜੇ ਦੂਸਰੇ ਕੈਮੀਕਲ ਬੰਬ ਹੁੰਦੇ ਨੇ, ਹੈ ਨਾ, ਲੋਕਾਂ ਦਾ ਨੁਕਸਾਨ ਕਰਦੇ ਨੇ, ਵੀ ਉਹ ਬਣਾਉਂਦੇ ਨੇ ਇਹ। ਇਸ ਕਰਕੇ ਸਾਰੀ ਦੀ ਸਾਰੀ ਇਕਾਂਗੀ ਹੈ, ਵੈਸੇ ਹਾਸਾ ਵੀ ਬਹੁਤ ਹੈ ਇਸ ਦੇ ਵਿੱਚ, ਬਹੁਤ ਸੋਹਣੀ ਪੇਸ਼ ਕੀਤੀ ਹੋਈ ਹੈ। ਅਤੇ ਉਹਨੂੰ ਫੜ ਕੇ ਲੈ ਜਾਂਦੇ ਨੇ, ਹੱਥਕੜੀ ਲਾ ਦਿੰਦੇ ਨੇ ਵੀ ਉਹ ਕੈਮੀਕਲ ਬੰਬ ਬਣਾਉਂਦਾ, ਪਰ ਅਸਲ ਦੇ ਵਿੱਚ ਕੀ ਬਣਾਉਂਦਾ ਹੈ ਬੱਚੇ, ਉਹ ਟਾਂਗੇ ਦੇ ਬੰਬ। ਪੂਰੀ ਦੀ ਪੂਰੀ ਕਹਾਣੀ ਦੇ ਵਿੱਚ ਵਾਰਤਾਲਾਪ ਚੱਲਦੇ ਨੇ, ਕਿਸੇ ਨੂੰ ਇਹ ਨਹੀਂ ਪਤਾ ਲੱਗਦਾ, ਉਹ ਆਪਣੇ ਵਾਰਤਾਲਾਪ ਬੋਲਦੇ ਨੇ, ਜਿਹੜੇ ਸਿਪਾਹੀ ਹੋਰੀ ਥਾਣੇਦਾਰ ਉਹ ਆਪਣੇ ਬੋਲਦੇ ਨੇ, ਕੁਝ ਨਹੀਂ ਪਤਾ ਲੱਗਦਾ ਕਿਸੇ ਨੂੰ ਵੀ ਕੌਣ ਕੀ ਕਹਿ ਰਿਹਾ। ਇਹੀ ਇਹਦੀ ਖਾਸੀਅਤ ਹੈ, ਬਹੁਤ ਸੋਹਣੀ ਹੈ ਬੱਚੋ ਇਹ, ਠੀਕ ਹੈ ਨਾ। ਅਤੇ ਸਭ ਤੋਂ ਪਹਿਲਾਂ ਆਪਾਂ ਪਾਤਰਾਂ ਦੀ ਜਾਣ ਪਛਾਣ ਕਰਾਉਂਦੇ ਆਪਾਂ ਤੁਹਾਨੂੰ। ਵੀਰਾਂ ਵਾਲੀ ਇੱਕ ਬੱਚੋ, ਦੀਪੋ ਆ ਉਸਦੀ ਧੀ, ਠੀਕ ਹੈ। ਵੀਰਾਂ ਵਾਲੀ ਜਿਹੜੀ ਬਜ਼ੁਰਗ ਔਰਤ ਹੈ, ਦੀਪੋ ਉਸਦੀ ਧੀ ਹੈ। ਵਜ਼ੀਰਾ ਉਸਦਾ ਪੁੱਤਰ ਹੈ। ਮਾਨਾ ਉਸਦੀ ਗੁਆਂਢਣ ਹੈ। ਥਾਣੇਦਾਰ ਅਤੇ ਸਿਪਾਹੀ। ਹੁਣ ਪਤਾ ਲੱਗ ਗਿਆ ਆਪਾਂ ਨੂੰ, ਵੀਰਾਂ ਵਾਲੀ ਹੈ ਜਿਹੜੀ ਮਤਲਬ ਬਜ਼ੁਰਗ ਤਾਂ ਨਹੀਂ ਆਪਾਂ ਕਹਿ ਸਕਦੇ, ਇੱਕ ਤਰ੍ਹਾਂ ਨਾਲ ਅਧਖੜ ਉਮਰ ਦੀ ਜਿਹੜੀ ਇਸਤਰੀ ਹੈ, ਅਤੇ ਦੀਪੋ ਉਸਦੀ ਧੀ ਹੈ, ਅਤੇ ਵਜ਼ੀਰਾ ਉਸਦਾ ਪੁੱਤਰ ਹੈ। ਮਾਨਾ ਉਸਦੀ ਗੁਆਂਢਣ ਹੈ, ਠੀਕ ਹੈ ਬੱਚੋ।
ਆਪਾਂ ਨੂੰ ਵਾਰਤਾਲਾਪ ਕਿੰਨੇ ਲੋਕਾਂ ਦੇ ਸੁਣਨਗੇ ਇੱਥੇ? ਵੀਰਾਂ ਵਾਲੀ ਦੇ, ਵਜ਼ੀਰੇ ਦੇ, ਦੀਪੋ ਦੇ, ਮਾਨਾ ਦੇ, ਥਾਣੇਦਾਰ ਦੇ ਅਤੇ ਸਿਪਾਹੀ ਦੇ। ਠੀਕ ਹੈ ਨਾ। ਅਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਵਾਰਤਾਲਾਪ। ਵੀਰਾਂ ਵਾਲੀ ਦੇ ਘਰ ਅੱਗੇ ਵਿਹੜਾ, ਥਾਣੇਦਾਰ ਅਤੇ ਸਿਪਾਹੀ ਦਾਖਲ ਹੁੰਦੇ ਹਨ। ਸਭ ਤੋਂ ਪਹਿਲਾਂ ਥਾਣੇਦਾਰ ਆਉਂਦਾ। ਇਸ ਇਲਾਕੇ ਵਿੱਚ ਚੋਰੀਆਂ ਡਾਕੇ ਬਹੁਤ ਵੱਧ ਗਏ ਨੇ। ਸਿਪਾਹੀ, ਹਜ਼ੂਰ ਕੀ ਪੁੱਛਦੇ ਹੋ? ਦਿਨ ਦਿਹਾੜੇ ਡਾਕੇ ਵੱਜਦੇ ਨੇ, ਪਰ ਜੇ ਤੁਹਾਡੀਆਂ ਗਸ਼ਤਾਂ ਇੱਕ ਹੀ ਜਾਰੀ ਰਹੀਆਂ ਤਾਂ ਸਭਨਾਂ ਨੇ ਸੁਸਰੀ ਵਾਂਗ ਸੌਂ ਜਾਣਾ, ਕਿਸੇ ਚੂੰ ਨਹੀਂ ਕਰਨੀ। ਥਾਣੇਦਾਰ, ਮੈਂ ਸਭਨਾਂ ਦੀਆਂ ਮੁਸ਼ਕਾਂ ਕਸਾ ਦਿਆਂਗਾ, ਇਹਨਾਂ ਸਮਝਿਆ ਕੀ ਏ? ਅਤੇ ਤੂੰ ਆਖਦਾ ਇੱਥੇ ਲੋਕੀ ਹਥਿਆਰ ਵੀ ਬਣਾਉਂਦੇ ਨੇ। ਸਿਪਾਹੀ, ਜੀ ਤੋੜੇ ਵਾਲੀ ਬੰਦੂਕ ਤਾਂ ਘਰ ਘਰ ਹੈ। ਸਫਾ ਜੰਗ, ਗੁਪਤੀ, ਭਾਲਾ, ਨੇਜ਼ਾ, ਛਵੀ, ਕਿਹੜਾ ਹਥਿਆਰ ਹੈ ਜਿਹੜਾ ਨਹੀਂ ਕੱਢ ਲੈਂਦੇ? ਤੁਸੀਂ ਵਜ਼ੀਰੇ ਦਾ ਨਾਂ ਸੁਣਿਆ ਹੀ ਹੈ। ਇੱਥੇ ਮੀਤੂ ਲਹਾਰ ਦੇ ਮੁਹੱਲੇ ਵਿੱਚ ਕਿਤੇ ਰਹਿੰਦਾ ਹੈ, ਉਹ ਬੰਬ ਵੀ ਬਣਾਉਂਦਾ। ਥਾਣੇਦਾਰ, ਬੰਬ? ਸਿਪਾਹੀ, ਜੀ ਹਾਂ ਬੰਬ। ਥਾਣੇਦਾਰ, ਰਹੇ ਰੱਬ ਦਾ ਨਾਂ, ਕਿਹੋ ਜਿਹੇ ਨੇ ਇੱਥੋਂ ਦੇ ਲੋਕ? ਸਿਪਾਹੀ, ਜੀ ਕੀ ਪੁੱਛਦੇ ਹੋ? ਪੱਕੇ ਡਾਕੂ। ਇਸ ਤੋਂ ਪਹਿਲਾਂ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਦੱਬ ਕੇ ਬੈਠ ਗਏ ਸਨ ਅਤੇ ਆਖਦੇ ਸਨ ਅਸੀਂ ਵਾਹੀ ਕਰਦੇ ਹਾਂ, ਗੋਡੀ ਕਰਦੇ ਹਾਂ, ਖੇਤੀ ਕਰਦੇ ਹਾਂ। ਲੋ ਭਲਾ ਜੇ ਤੁਸੀਂ ਹਲ ਚਲਾਉਂਦੇ ਹੋ ਤਾਂ ਇਹ ਤਾਂ ਨਹੀਂ ਪਈ ਖੇਤ 'ਤੇ ਕਬਜ਼ਾ ਹੀ ਕਰ ਲਓ। ਥਾਣੇਦਾਰ, ਤੂੰ ਵੇਖਦਾ ਜਾ, ਮੈਂ ਇਹਨਾਂ ਸਭਨਾਂ ਦੀ ਖੁੰਬ ਠੱਪ ਦੇਵਾਂਗਾ। ਹਾਲਾਂ ਤੂੰ ਆਖਿਆ ਏ ਭਈ ਇੱਥੇ ਬੰਬ ਬਣਾਉਣ ਵਾਲਾ ਕੋਈ ਵਜ਼ੀਰਾ ਹੈ। ਸਿਪਾਹੀ, ਜੀ। ਥਾਣੇਦਾਰ, ਹਵਲਦਾਰ ਕੇਹਰ ਸਿੰਘ ਦੀ ਵੀ ਇਹੋ ਰਿਪੋਰਟ ਹੈ। ਸਿਪਾਹੀ, ਜੀ। ਥਾਣੇਦਾਰ, ਸਾਡੀਆਂ ਅੱਖਾਂ ਹੇਠ ਹੀ ਲੁੱਟ, ਦੀਵੇ ਹੇਠ ਹਨੇਰਾ। ਸਿਪਾਹੀ, ਜੀ ਤੁਸੀਂ ਹਾਲੇ ਨਵੇਂ ਇਸ ਇਲਾਕੇ ਵਿੱਚ ਆਏ ਹੋ, ਬਸ ਰਤਾ ਤੁਸੀਂ ਇੱਕ ਦੋ ਕੇਸ ਫੜ ਲਓ, ਫਿਰ ਅਜਿਹਾ ਕੜਕਾ ਧੜਕਾ ਬੈਠਣਾ ਜੋ ਕਿਸੇ ਬਦਮਾਸ਼ ਨੇ ਕੁਸਕਣਾ ਵੀ ਨਹੀਂ। ਥਾਣੇਦਾਰ, ਤੇ ਖੋਜੀ ਕੀ ਆਖਦਾ ਏ? ਸਿਪਾਹੀ, ਇਹੋ ਜੋ ਲੁਹਾਰਾਂ ਦੇ ਮੁਹੱਲੇ ਇੱਕ ਵਜ਼ੀਰਾ ਰਹਿੰਦਾ ਏ, ਲੁਕਿਆ ਛਿਪਿਆ, ਰਾਤੀ ਜਾਂ ਦਿਨੇ, ਪਤਾ ਨਹੀਂ ਕਿਸ ਵੇਲੇ ਉਹ ਬੰਬ ਤਿਆਰ ਕਰਦਾ ਏ, ਕਿਸੇ ਤੋਂ ਨਹੀਂ ਡਰਦਾ। ਥਾਣੇਦਾਰ, ਉਸ ਦੀ ਸਾਰੀ ਹੈਂਕੜ ਤਾਂ ਇੱਕੋ ਸ਼ਤਰੌਲ ਵਿੱਚ ਕੱਢ ਦਿਆਂਗਾ। ਮੇਰਾ ਮਾਰਨ ਕੁੱਟਣ ਦਾ ਤਰੀਕਾ ਬਾਕੀ ਸਭਨਾਂ ਨਾਲੋਂ ਵੱਖ ਹੈ। ਮੈਂ ਸਿੱਧੀ ਮਾਰ ਨਹੀਂ ਮਾਰਦਾ, ਪੁੱਠੀ ਮਾਰਦਾ ਹਾਂ। ਸਿਪਾਹੀ, ਪੁੱਠੀ? ਥਾਣੇਦਾਰ, ਹਾਂ, ਜਿਵੇਂ ਸਕੂਲ ਵਿੱਚ ਸਾਡਾ ਡਰਿਲ ਮਾਸਟਰ ਮਾਰਦਾ ਸੀ। ਮੈਂ ਮੁਜਰਮ ਨੂੰ ਪਿਆਰ ਪੁਚਕਾਰ ਕੇ ਗੱਲਾਂ ਪੁੱਛਦਾ ਹਾਂ ਅਤੇ ਫਿਰ ਜਦ ਉਹ ਸੋਚਦਾ ਏ ਕਿ ਮੈਂ ਉਸ ਨੂੰ ਕੁਝ ਨਹੀਂ ਕਹਿਣਾ ਤਾਂ ਮੈਂ ਇੱਕੋ ਦਮ ਤਾਬੜ ਤੋੜ ਖੌਂਸੜੀ ਡਹਿ ਜਾਂਦਾ ਵਾ। ਰੂੜ ਸਿੰਘ ਅਤੇ ਬੂੜ ਸਿੰਘ ਮੈਂ ਇਸੇ ਲਈ ਨਾਲ ਰੱਖੇ ਨੇ, ਉਹ ਇਸ ਤਰ੍ਹਾਂ ਦੀ ਕੁਟਾਈ ਵਿੱਚ ਅੱਵਲ ਹਨ। ਉਹਨਾਂ ਮੇਰੇ ਤੋਂ ਇੱਕ ਵਾਰੀ ਇਨਾਮ ਵੀ ਲਿਆ ਸੀ, ਪਰ ਨੰਗੀ ਕੰਡ ਦੀ ਚੜ੍ਹਾਈ ਮੈਂ ਆਪ ਕਰਦਾ ਹਾਂ, ਬਸ ਬੈਂਤ ਪਿਓ ਕੇ ਮਾਰਦਾ ਹਾਂ, ਖੱਲੜੀ ਉਧੜ ਜਾਂਦੀ ਹੈ ਅਤੇ ਵੱਡੇ ਤੋਂ ਵੱਡਾ ਡਾਕੂ ਬਕ ਪੈਂਦਾ ਏ। ਸਿਪਾਹੀ, ਇਸੇ ਲਈ ਤਾਂ ਸਰਕਾਰ ਨੇ ਤੁਹਾਨੂੰ ਇਸ ਥਾਣੇ 'ਤੇ ਲਾਇਆ ਏ। ਪਹਿਲਾਂ ਜਿਹੜੇ ਅਫਸਰ ਤੁਹਾਡੀ ਥਾਂ ਇੱਥੇ ਆਏ ਸਨ ਉਹ ਥਾਣੇ ਨੂੰ ਸੰਭਾਲ ਹੀ ਨਹੀਂ ਸਨ ਸਕਦੇ। ਥਾਣੇਦਾਰ, ਮੈਂ ਇਸ ਬਦਮਾਸ਼ ਨੂੰ ਬੜੇ ਤਰੀਕੇ ਨਾਲ ਫੜਾਂਗਾ, ਗੱਲੀ ਭੱਜੀ ਸਾਰੀ ਸੂਹ ਲੈ ਲਵਾਂਗਾ। ਸਿਪਾਹੀ, ਜੀ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਬੜਾ ਹੈਂਕੜ ਖਾਂ ਏ, ਬੜਾ ਨਰੜੇ ਵਾਲਾ ਏ। ਥਾਣੇਦਾਰ, ਨੰਬਰਦਾਰ ਨਾਲ ਲੈ ਕੇ ਮੈਂ ਜ਼ਰਾ ਆਂਢ ਗੁਆਂਢ ਦੇ ਮੁਹੱਲਿਆਂ ਦੀ ਗਸ਼ਤ ਕਰਨੀ ਏ, ਕਾਰਤੂਸਾਂ ਦੀ ਪੇਟੀ ਲੈ ਲਈ ਨਾ। ਸਿਪਾਹੀ, ਜੀ। ਥਾਣੇਦਾਰ, ਤੇ ਹੱਥਕੜੀਆਂ? ਸਿਪਾਹੀ, ਜੀ ਉਹ ਵੀ। ਥਾਣੇਦਾਰ, ਰਤਾ ਅੱਗੇ ਗੇੜਾ ਮਾਰ ਆਈਏ, ਸਾਰੀ ਥਾਂ ਦੀ ਪੜਤਾਲ ਕਰੀਏ, ਮੈਂ ਜੋ ਕੰਮ ਹੱਥ ਵਿੱਚ ਲੈ ਲਵਾਂ ਉਸ ਨੂੰ ਤੋੜ ਨਿਭਾਉਂਦਾ ਹਾਂ, ਐਨ ਤਹਿ ਤੀਕ ਪਹੁੰਚਾਉਂਦਾ ਹਾਂ। ਚੱਲ। ਦੋਵੇਂ ਜਾਂਦੇ ਹਨ। ਵੀਰਾਂ ਵਾਲੀ ਆਪਣੀ ਕੁੱਲੀ ਵਿੱਚੋਂ ਬਾਹਰ ਆਉਂਦੀ ਹੈ। ਵੀਰਾਂ ਵਾਲੀ ਹਾਕ ਮਾਰ ਕੇ, ਨੀ ਦੀਪੀਏ, ਨੀ ਤੂੰ ਕਿੱਥੇ ਹੜਬੂ ਕਰਦੀ ਫਿਰਦੀ ਏ? ਦੀਪੋ, ਆਈ ਮਾਂ ਨੀ। ਵੀਰਾਂ ਵਾਲੀ, ਨੀ ਤੂੰ ਇਹ ਕਾਹਦੇ ਗੜੱਪੇ ਲਾਉਣੀ ਏ? ਦੀਪੋ ਆਉਂਦੀ ਹੋਈ, ਮਾਂ ਨੀ ਭੁੱਖ ਲੱਗੀ ਸੀ, ਸੋਧਾਂ ਦੀ ਭੱਠੀ ਤੋਂ ਦਾਣੇ ਭੁਨਾ ਕੇ ਲਿਆਂਦੇ ਸਨ, ਰਤਾ ਗੁੜ ਦਾ ਭੋਰਾ ਰਲਾ ਕੇ ਮਰੁੰਡੇ ਬਣਾਉਂਦੀ ਸੀ। ਵੀਰਾਂ ਵਾਲੀ, ਨੀ ਗੁੜ ਕਿੱਥੋਂ ਲਿਆ ਤੂੰ? ਦੀਪੋ, ਆਲੇ 'ਚੋਂ। ਵੀਰਾਂ ਵਾਲੀ, ਗੁੜ ਬਾਝੋਂ ਦਾਣੇ ਲੰਘਦੇ ਨਹੀਂ, ਫਿੱਟੀ ਨੀਤ ਵਾਲੀ, ਹਰ ਵੇਲੇ ਖਾਣ ਵਿੱਚ ਸੁਰਤ ਰਹਿੰਦੀ ਹੈ, ਪਿਛਲੇ ਜਨਮ ਦੀ ਬਿੱਲੀ ਐ।
ਨੀ ਇਹ ਗੁੜ ਦੀ ਡਲੀ ਤਾਂ ਮੈਂ ਤੇਰੇ ਵੀਰ ਲਈ ਰੱਖੀ ਸੀ, ਤੜਕੇ ਦਾ ਕਿਆ ਕੰਮ ਕਰਨ, ਲਿਆ ਦੇ। ਦੀਪੋ ਮੈਂ ਖਾਵਾਂਗੀ। ਵੀਰਾਂ ਵਾਲੀ ਨੀ ਲਿਆ ਚੰਦਰੀਏ, ਮੈਂ ਮਸਾਂ ਗੁੜ ਦਾ ਭੋਰਾ ਲੁਕੋ ਕੇ ਰੱਖਿਆ ਸੀ। ਦੀਪੋ ਨਹੀਂ। ਵੀਰਾਂ ਵਾਲੀ ਨੀ ਦੇ ਦੇ ਜਿੱਦੜੇ। ਦੀਪੋ ਗੁੱਸੇ ਵਿੱਚ ਲੈ ਫੜ। ਗੁੜ ਦੀ ਡਲੀ ਵੀਰਾਂ ਵਾਲੀ ਨੂੰ ਦੇ ਦਿੰਦੀ ਹੈ। ਵੀਰਾਂ ਵਾਲੀ ਨੀ ਹੁਣ ਮੂੰਹ ਕਿਉਂ ਸਜਾ ਲਿਆ, ਸੁਣਦੀ ਕਿਉਂ ਨਹੀਂ, ਇੱਧਰ ਆ, ਇਹ ਜੁੱਲੀਆਂ ਬਾਹਰ ਸੁੱਕਣੀਆਂ ਪਾ, ਲੈ ਫੜ ਮੇਰੀ ਧੀ ਬੀਬੀ ਰਾਣੀ, ਲੈ ਫੜ। ਇਸ ਚੰਦਰੇ ਮੀਂਹ ਦੇ ਕੌਣ ਵਾਰੇ ਆ ਜਾਓ, ਜਦ ਦੇ ਸਕੂਲੀ ਵਿੱਚ ਆਏ ਹਾਂ ਉੱਪਰੋਂ ਹੇਠੋਂ ਚੋਂਦੀ ਐ। ਦੀਪੋ ਜੁੱਲੀਆਂ ਫੜ ਕੇ ਮਾਂ ਨੀ, ਸੰਤਾ ਡਾਕੀਆ ਆਖਦਾ ਸੀ ਭਈ ਦਿੱਲੀ ਵਿੱਚ ਸਭਨਾਂ ਨੂੰ ਪੱਕੀਆਂ ਕੋਠੀਆਂ ਪਵਾ ਦਿੱਤੀਆਂ ਸਰਕਾਰ ਨੇ, ਸਾਰੇ ਫਰੂਜੀਆਂ ਨੂੰ ਮੌਜ ਬਣ ਗਈ। ਵੀਰਾਂ ਵਾਲੀ ਆ ਜੁੱਲੀਆਂ ਸੁੱਕਣੀਆਂ ਪਾ, ਸਲਾਬੀਆਂ ਗਈਆਂ ਨੇ, ਤੇ ਵੇਖ ਅੱਜ ਜਵਾਲੀ ਦੇ ਤੰਦੂਰ 'ਤੇ ਰੋਟੀਆਂ ਲਾ ਲਈ, ਆਪਣਾ ਤੰਦੂਰ ਤਾਂ ਸਾਰਾ ਗਿੱਲਾ ਪਿਆ ਏ, ਕੁਝ ਕੰਮ ਕਰਿਆ ਕਰ। ਦੀਪੋ ਜੁੱਲੀਆਂ ਲੈ ਕੇ ਚਲੀ ਜਾਂਦੀ ਹੈ। ਹੇ ਰੱਬਾ, ਹੁਣੇ ਸਿਆਣੀ ਹੋ ਗਈ ਹੈ, ਕੋਈ ਮੁੰਡਾ ਲੱਭੇ ਤਾਂ ਇਸ ਦਾ ਵੀ ਤਰੋਪਾ ਭਰਾਂ। ਮਾਨਾ ਆਉਂਦੀ ਹੈ। ਆ ਕੁੜੇ ਬਹਿ ਜਾ, ਉਸ ਨੂੰ ਪੀੜੀ ਦਿੰਦੀ ਹੈ। ਮਾਨਾ ਨਹੀਂ ਬੇਬੇ, ਬੈਠਣਾ ਨਹੀਂ, ਮੈਂ ਤਾਂ ਬਸ ਖੜੇ ਪੈਰ ਆਈ ਹਾਂ। ਵੀਰਾਂ ਵਾਲੀ ਕਦੀ ਬਿੰਦ ਝੱਟ ਬੈਠ ਵੀ ਜਾਇਆ ਕਰ, 100 ਦੁੱਖ ਸੁੱਖ ਦੀ ਗੱਲ ਹੁੰਦੀ ਹੈ, ਪਰ ਤੂੰ ਤਾਂ ਜਿਵੇਂ ਦੁੱਧ ਉਬਾਲਣਾ ਧਰ ਕੇ ਆਈ ਹੋਵੇਂ, ਬਸ ਸੁਰਤ ਪਿੱਛੇ ਹੀ ਰਹਿੰਦੀ ਹੈ। ਮਨ ਕੀ ਦੱਸਾਂ, ਉਹ ਮੇਰਾ ਕਰੂਦੀ ਹੈ ਨਾ ਪਾਲੀ, ਬਸ ਪੀਂਘ ਲਈ ਤੜਕੇ ਦਾ ਰੱਟਾ ਪਾਈ ਬੈਠਾ, ਆਖੇ ਡੁੱਡੀ ਵਿੱਚ ਪੀਂਘ ਪਾਉਣੀ ਹੈ, ਕੌੜੀ ਦੇ ਘਰੋਂ ਲੱਜ ਮੰਗ ਕੇ ਲਿਆਂਦੀ ਹੈ, ਪਰ ਲਟੈਣ 'ਤੇ ਪੀਂਘ ਕੌਣ ਪਾਵੇ, ਤੂੰ ਵਜ਼ੀਰੇ ਨੂੰ ਰਤਾ ਘੱਲ ਦੇ ਖਾਂ। ਵੀਰਾਂ ਵਾਲੀ ਉਹ ਤਾਂ ਬੁੱਗੇ ਮੱਲ ਦੇ ਗਿਆ ਏ। ਮਾਨਾ ਉਸ ਤਾਈਂ ਕੀ ਕੰਮ ਪੈ ਗਿਆ। ਵੀਰਾਂ ਵਾਲੀ ਪਤਾ ਨਹੀਂ, ਸ਼ਾਇਦ ਉਸ ਦੀ ਹਵੇਲੀ ਦੀਆਂ ਚੁਗਾਠਾਂ ਜੜਨ ਗਿਆ ਏ। ਮਾਨਾ ਇਹ ਬਾਣੀਏ ਨਿੱਤ ਹਵੇਲੀਆਂ ਖੜੀਆਂ ਕਰ ਲੈਂਦੇ ਨੇ, ਇੱਥੇ ਮੇਰੇ ਵਰਗੀ ਨੂੰ ਕੱਚੀ ਕੁੱਲੀ ਵੀ ਨਹੀਂ ਜੁੜਦੀ। ਵੀਰਾਂ ਵਾਲੀ ਹੁਣ ਤਾਂ ਦਿੱਲੀ ਵਿੱਚ ਸਰਕਾਰ ਸਾਰੇ ਫਰੂਜੀਆਂ ਨੂੰ ਪੱਕੇ ਕੋਠੇ ਵੰਡ ਰਹੀ ਹੈ, ਕੱਲ੍ਹ ਬੱਗਾ ਮੱਲ ਵੀ ਆਖਦਾ ਸੀ ਭਈ ਸਰਕਾਰ ਹੁਣ ਸਭਨਾਂ ਨੂੰ ਘਰ ਦੇਗੀ, ਤੇ ਅੱਜ ਸੰਤਾ ਡਾਕੀਆ ਵੀ ਇਹੋ ਗੱਲ ਦੀਪੋ ਨੂੰ ਆਖਦਾ ਸੀ। ਮਾਨਾ ਉਹ। ਵੀਰਾਂ ਵਾਲੀ ਤੂੰ ਮੰਨ ਚਾਹੇ ਨਾ ਮੰਨ, ਇਹ ਗੱਲ ਉੱਕਾ ਸੱਚ ਏ। ਮਾਨਾ ਨੀ ਇਹ ਬੁੱਗਾ ਚੌਧਰੀ ਤਾਂ ਨਿਰੀ ਝੂਠਾਂ ਦੀ ਪੰਡ ਹੈ, ਐਵੇਂ ਯਬਲੀਆਂ ਮਾਰਦਾ ਹੈ, ਮੈਂ ਤਾਂ ਗੱਲਾਂ ਵਿੱਚ ਲੱਗ ਪਈ। ਪਾਲੀ ਹੁਣੇ ਮੇਰੇ ਮਗਰ ਦੌੜਿਆ ਆਊ, ਲੈ ਸੁਣ, ਜੇ ਵਜ਼ੀਰਾ ਆ ਜਾਵੇ ਉਹ ਮੇਰੇ ਘਰ ਭੇਜ ਦੇਵੀਂ, ਨਹੀਂ ਤਾਂ ਪਾਲੀ ਪੀਂਘ ਲਈ ਰੋ ਰੋ ਕੇ ਮੇਰੀ ਜਾਨ ਖਾਊਗਾ। ਚੰਗਾ ਬੇਬੇ, ਮੈਂ ਹੁਣ ਚੱਲਦੀ ਹਾਂ। ਮਾਨਾ ਜਾਂਦੀ ਹੈ। ਸਿਪਾਹੀ ਅਤੇ ਥਾਣੇਦਾਰ ਆਉਂਦੇ ਹਨ। ਥਾਣੇਦਾਰ ਤੂੰ ਜ਼ਰਾ ਚੌਕਸ ਰਹੀਂ, ਨਕਸ਼ੇ ਦੇ ਮੁਤਾਬਕ ਇਹੋ ਘਰ ਹੈ ਨਾ, ਸਾਰੀਆਂ ਨਿਸ਼ਾਨੀਆਂ ਮਿਲਦੀਆਂ ਨੇ। ਉਹ ਬੁੱਢੀ ਕੌਣ ਹੈ। ਸਿਪਾਹੀ ਜੀ ਇਹੋ ਤਾਂ ਵਜ਼ੀਰੇ ਦੀ ਮਾਂ ਹੈ। ਥਾਣੇਦਾਰ ਇਸ ਨੂੰ ਪੁੱਛੀਏ। ਸਿਪਾਹੀ ਜੀ ਚੋਰ ਨਾਲੋਂ ਚੋਰ ਦੀ ਮਾਂ ਚਤੁਰ ਹੁੰਦੀ ਹੈ, ਕੁਝ ਨਹੀਂ ਦੱਸਣਾ ਇਸ। ਥਾਣੇਦਾਰ ਅੱਗੇ ਵੱਧ ਕੇ ਕਿਉਂ ਮਾਈ, ਤੇਰੇ ਪੁੱਤ ਦਾ ਕੀ ਨਾਂ ਏ। ਵੀਰਾਂ ਵਾਲੀ ਝੁੱਕ ਕੇ ਕਿਹੜੇ ਪੁੱਤ ਦਾ, ਸੁੱਖ ਨਾਲ ਮੈਂ 3 ਪੁੱਤਾਂ ਦੀ ਮਾਂ ਹਾਂ। ਥਾਣੇਦਾਰ 3 ਪੁੱਤਾਂ ਦੀ ਮਾਂ ਏ, ਹਾਲਾਂ ਕੀ ਕਰਦੇ ਨੇ ਤੇਰੇ ਪੁੱਤ। ਵੀਰਾਂ ਵਾਲੀ ਖੇ ਤੇ ਸੁਆਹ, ਬਸ ਮੇਰੇ ਨਾਲ ਲੜਨ ਬਾਜੋ, ਹੋਰ ਉਹਨਾਂ ਨੂੰ ਕੋਈ ਕੰਮ ਨਹੀਂ, ਤੇ ਮੈਂ ਬੁੱਢੀ ਠੇਰੀ, ਦੱਸੋ ਮੈਂ ਕੀ ਕਰਾਂ। ਉਹਨਾਂ ਨੂੰ ਮੇਰੇ ਨਾਲ ਪਿਆਰ ਨਹੀਂ, ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਥਾਣੇਦਾਰ ਉਹਨਾਂ ਦਾ ਰੁਜ਼ਗਾਰ ਕੀ ਹੈ। ਵੀਰਾਂ ਵਾਲੀ ਵਿਚਾਰੇ ਮਜ਼ਦੂਰੀ ਕਰਕੇ ਡੰਗ ਟਪਾਉਂਦੇ ਨੇ। ਮਹਾਰਾਜ ਅਸੀਂ ਫਰੂਜੀ ਹਾਂ, ਪਾਕਿਸਤਾਨੋਂ ਉੱਜੜ ਕੇ ਆਏ ਹਾਂ। ਥਾਣੇਦਾਰ ਪਾਕਿਸਤਾਨੋਂ। ਵੀਰਾਂ ਵਾਲੀ ਹਾਂ ਮਹਾਰਾਜ। ਥਾਣੇਦਾਰ ਤੇ ਇਹ ਘਰ ਕਿਸ ਦਾ ਏ। ਵੀਰਾਂ ਵਾਲੀ ਇਸ ਘਰ ਵਿੱਚ ਪਹਿਲਾਂ ਤਾਂ ਇੱਕ ਚੂੜੀਆਂ ਵੇਚਣ ਵਾਲਾ ਰਹਿੰਦਾ ਸੀ ਮੁਸਲਮਾਨ, ਉਹ ਫਸਾਦਾਂ ਵਿੱਚ ਕਿਧਰੇ ਚਲਾ ਗਿਆ, ਬਸ ਅਸੀਂ ਇਸ ਫੂਸ ਦੀ ਛੱਪੜੀ ਹੇਠ ਸਿਰ ਲੁਕੋ ਲਿਆ। ਪਰ ਜੀ ਬੜਾ ਭੈੜਾ ਮਕਾਨ ਏ, ਗਰਮੀ ਵਿੱਚ ਠੀਕਰਾ ਤਪਦਾ ਏ, ਮੀਂਹ ਵਿੱਚ ਚੋਂਦਾ ਏ, ਸਿਆਲ ਵਿੱਚ ਹਵਾ ਦੇ ਬੁੱਲੇ ਆਉਂਦੇ ਨੇ, ਬਹੁਤ ਔਖੇ ਹਾਂ ਮਹਾਰਾਜ, ਸਾਨੂੰ ਕੋਈ ਹੋਰ ਮਕਾਨ ਦੇ ਦੇਵੋ।
ਮੈਂ ਸੁਣਿਆ ਏ ਸਰਕਾਰ ਨਵੇਂ ਮਕਾਨ ਪਾ ਰਹੀ ਹੈ ਸਾਡੇ ਫਰੂਜੀਆਂ ਲਈ, ਸਾਡਾ ਨਾਂ ਵੀ ਲਿਖ ਲਓ। ਧੰਨ ਸਰਕਾਰ ਏ। ਪਾਕਿਸਤਾਨ ਖੇਤ, ਕੁੱਲੀਆਂ, ਘਰ, ਮਾਲ ਲਵੇਰੇ ਸਭ ਰਹਿ ਗਏ। ਮੇਰੇ ਨਿੱਕੇ ਪੋਤੇ ਕੋਲ ਖੇਲਣ ਲਈ ਚੂਚੇ ਸਨ ਅਤੇ ਇੱਕ ਡੱਬੀ ਬੱਕਰੀ। ਇੱਥੇ ਵਿਚਾਰਾ ਰੇਤੇ ਵਿੱਚ ਰੁਲਦਾ ਏ। ਤੁਹਾਡਾ ਭਲਾ ਹੋਵੇ ਜੇ ਤੁਸੀਂ ਸਾਨੂੰ ਛੱਤੀ ਹੋਈ ਕੁੱਲੀ ਦੇ ਦੇਵੋ। ਸਿਪਾਹੀ ਚਲਾਕੀ ਨਾਲ, ਮਾਈ ਅਸੀਂ ਤੇਰੇ ਇੱਕ ਪੁੱਤ ਨੂੰ ਇੱਕ ਕੋਠੜੀ ਦੇਣ ਦਾ ਜ਼ਿੰਮਾ ਲੈ ਲੈਂਦੇ ਹਾਂ। ਵੀਰਾਂ ਵਾਲੀ, ਰੱਬ ਤੁਹਾਨੂੰ ਸੁਖੀ ਰੱਖੇ। ਸਿਪਾਹੀ, ਓਕਰ ਹੀ ਚੋਟ ਕਰਕੇ ਇੱਕ ਕੋਠੜੀ ਦੇਣ ਦਾ ਜ਼ਿੰਮਾ ਤਾਂ ਲੈ ਲੈਂਦੇ ਹਾਂ। ਵੀਰਾਂ ਵਾਲੀ, ਰੱਬ ਤੁਹਾਨੂੰ ਸੁਖੀ ਰੱਖੇ। ਸਿਪਾਹੀ, ਓਕਰ ਹੀ ਚੋਟ ਕਰਕੇ। ਅਤੇ ਕੋਠੜੀ ਹੀ ਨਹੀਂ ਸਗੋਂ ਖਾਣ ਨੂੰ ਵੀ ਮੁਫਤ ਮਿਲੇਗਾ। ਸਰਕਾਰ ਨਵੇਂ ਮਕਾਨ ਪਾ ਰਹੀ ਹੈ, ਪਰ ਤੇਰੇ ਤਿੰਨਾਂ ਪੁੱਤਾਂ ਵਿੱਚੋਂ ਸਿਰਫ ਇੱਕ ਨੂੰ ਨਵਾਂ ਮਕਾਨ ਮਿਲੇਗਾ। ਵੀਰਾਂ ਵਾਲੀ, ਤੁਹਾਡੇ ਬਚੜੇ ਜਿਉਣ। ਬੇਸ਼ੱਕ ਇੱਕ ਹੀ ਦੇ ਦਿਓ, ਇੱਕ ਦਾ ਬੰਦੋਬਸਤ ਹੋ ਜਾਏ, ਬਾਕੀਆਂ ਦਾ ਵੀ ਇੱਕਰੀ ਕੋਈ ਨਾ ਕੋਈ ਹਿੱਲਾ ਬਣ ਜਾਊ। ਥਾਣੇਦਾਰ, ਮੈਂ ਤੈਨੂੰ ਪੁੱਛਿਆ ਸੀ ਕਿ ਉਸ ਦਾ ਨਾਂ ਕੀ ਹੈ। ਵੀਰਾਂ ਵਾਲੀ, ਜੀ ਇੱਕ ਦਾ ਨਾਂ ਤਾਂ ਕਰਨੈਲ ਸਿੰਘ ਡਾਇਰੀ ਵਿੱਚ ਨੋਟ ਕਰਦਾ ਏ। ਥਾਣੇਦਾਰ, ਦੂਜੇ ਦਾ। ਵੀਰਾਂ ਵਾਲੀ, ਜਰਨੈਲ ਸਿੰਘ। ਥਾਣੇਦਾਰ, ਤੀਜੇ ਦਾ। ਵੀਰਾਂ ਵਾਲੀ, ਸਹੁਰੇ ਗਿਆ ਏ। ਥਾਣੇਦਾਰ, ਸਹੁਰੇ। ਵੀਰਾਂ ਵਾਲੀ, ਜੀ। ਸਿਪਾਹੀ ਥਾਣੇਦਾਰ ਨੂੰ ਇੱਕ ਪਾਸੇ ਕਰਕੇ, ਜੀ ਇਹ ਰਿਫਿਊਜੀ ਜੇਲ੍ਹ ਨੂੰ ਵੀ ਸਹੁਰਾ ਘਰ ਹੀ ਆਖਦੇ ਨੇ। ਪੁੱਛੋ ਤਾਂ ਸਹੀ ਕਿਹੜੇ ਜੁਰਮ ਵਿੱਚ ਫੜਿਆ ਗਿਆ ਏ ਉਹ। ਮੈਂ ਤੁਹਾਨੂੰ ਦੱਸ ਦੇਵਾਂ, ਉਸ ਨੂੰ ਜ਼ਰੂਰ ਜਾਂ ਤਾਂ ਚੋਰੀ ਦੇ ਜੁਰਮ ਵਿੱਚ ਫੜਿਆ ਹੋਣਾ ਏ ਜਾਂ ਡਾਕੇ ਦੇ ਜੁਰਮ ਵਿੱਚ। ਥਾਣੇਦਾਰ, ਪਹਿਲਾਂ ਬਿਆਨ ਮੁਕੰਮਲ ਕਰ, ਫਿਰ ਇਸ 'ਤੇ ਗੌਰ ਕਰਦੇ ਹਾਂ। ਭਲਾ ਮਾਈ ਤੇਰਾ ਦੂਜਾ ਪੁੱਤ ਕਿੱਥੇ ਹੈ? ਕਿਤੇ ਉਹ ਵੀ ਸਹੁਰੇ ਘਰ ਤਾਂ ਨਹੀਂ ਗਿਆ? ਵੀਰਾਂ ਵਾਲੀ, ਜੀ ਨਹੀਂ, ਉਹ ਤਾਂ ਹਾਲੇ ਕੁਆਰਾ ਏ। ਰੱਬ ਤੁਹਾਡਾ ਭਲਾ ਕਰੇ। ਹੁਣ ਸਾਡੇ ਵਿੱਚ ਵਿਆਹ ਕਰਨ ਦੀ ਪਰੋਖੋਂ ਕਿੱਥੇ। ਪਾਕਿਸਤਾਨ ਉਸ ਨੂੰ 6 ਸਾਕ ਆਏ ਸਨ। ਉਸ ਵੇਲੇ ਮੇਰਾ ਨੱਕ ਵੱਡਾ ਸੀ, ਪਰ ਰੱਬ ਕਿਸੇ ਦਾ ਹੰਕਾਰ ਨਹੀਂ ਚੱਲਦਾ। ਉਸ ਮੈਨੂੰ ਗਿੱਚੀ ਪਰ ਨੇ ਮਾਰਿਆ। ਉੱਥੇ ਇੱਕ ਤੋਂ ਇੱਕ ਸੋਹਣੀ ਕੁੜੀ ਦੇ ਮਾਪੇ ਮੇਰੇ ਘਰ ਦੀ ਦਹਲੀਜ਼ ਤੋਂ ਆ ਕੇ ਮੁੜ ਜਾਂਦੇ ਸਨ। ਇੱਥੇ ਕੋਈ ਨਹੀਂ ਬੌੜਦਾ। ਇੱਥੇ ਬੌੜੇ ਵੀ ਕਿੱਥੇ, ਸਾਨੂੰ ਨਾ ਰਹਿਣ ਦਾ ਟਿਕਾਣਾ, ਨਾ ਕੰਮ ਦਾ ਭਰੋਸਾ। 2 ਵੇਲੇ ਢਿੱਡ ਭਰਨ ਲਈ 100 ਖੇਖਣ ਕਰਨੇ ਪੈਂਦੇ ਨੇ। ਥਾਣੇਦਾਰ, ਤੇਰਾ ਦੂਜਾ ਪੁੱਤ ਕਿੱਥੇ ਗਿਆ ਏ? ਵੀਰਾਂ ਵਾਲੀ, ਮੇਲੇ ਵਿੱਚ। ਉਸ ਕੁਝ ਪੀੜ੍ਹੀਆਂ ਤਿਆਰ ਕੀਤੀਆਂ ਸਨ, ਉਹਨਾਂ ਨੂੰ ਵੇਚਣ ਗਿਆ ਏ। ਪੀੜ੍ਹੀਆਂ ਬੜੀਆਂ ਰੰਗਲੀਆਂ ਹਨ ਅਤੇ ਉਹਨਾਂ 'ਤੇ ਅਸੀਂ ਬੜੇ ਵਧੀਆ ਵੇਲ ਬੂਟੇ, ਤੋਤੇ ਅਤੇ ਮੋਰ ਵਾਹੇ ਨੇ। ਜ਼ਰੂਰ ਵਿਕ ਜਾਣਗੀਆਂ। ਇੱਥੇ ਲਾਗਲੇ ਪਿੰਡ 2 ਵਿਆਹ ਨੇ। ਮਾਘ ਵਿਆਹਾਂ ਦਾ ਹੀ ਮਹੀਨਾ ਏ, ਬੜਾ ਭਰਵਾਂ ਸਾਹਾ ਏ, ਜ਼ਰੂਰ ਵਿਕ ਜਾਣਗੀਆਂ। ਥਾਣੇਦਾਰ, ਤੇ ਤੀਜਾ? ਵੀਰਾਂ ਵਾਲੀ, ਜੀ ਇੱਥੇ ਨੇੜੇ ਹੀ ਗਿਆ ਏ, ਬੁੱਗੇ ਮੱਲ ਦੇ ਘਰ। ਉਸ ਦੀ ਜੂੜੀ ਦੇ ਬੂਹੇ ਨੂੰ ਠੋਕਣ ਭੰਨਣ ਗਿਆ ਏ। ਬਸ ਘਰੋਂ ਤਾਂ ਤੇਸਾ ਤੇ ਆਰੀ ਲੈ ਕੇ ਗਿਆ ਸੀ। ਸਿਪਾਹੀ, ਤੇਸਾ ਤੇ ਆਰੀ? ਥਾਣੇਦਾਰ, ਉਸ ਕਦ ਆਉਣਾ ਏ? ਵੀਰਾਂ ਵਾਲੀ, ਕੀ ਪਤਾ ਕੰਮ 'ਤੇ ਗਿਆ ਦਾ ਕਦ ਮੁੜੇ। ਥਾਣੇਦਾਰ, ਮਾਈ ਅਸੀਂ ਉਸ ਨੂੰ ਉਡੀਕਦੇ ਹਾਂ। ਫਿਰ ਤੂੰ ਸਾਨੂੰ ਰਤਾ ਪਾਣੀ ਦਾ ਗਲਾਸ ਤਾਂ ਪਿਲਾ। ਵੀਰਾਂ ਵਾਲੀ, ਜੰਮ ਪੀਓ, ਤੁਸੀਂ ਬੈਠੋ, ਮੈਂ ਲਿਆਉਂਦੀ ਹਾਂ ਪਾਣੀ। ਉਹ ਜਾਂਦੀ ਹੈ। ਸਿਪਾਹੀ, ਵੇਖਿਆ ਕਹੀ ਚਤਰ ਜਨਾਨੀ ਏ, ਦਿੱਤਾ ਕੋਈ ਥਹੁ ਪਤਾ ਜੇ ਤੁਸੀਂ ਇਸ ਦੇ ਪੁੱਤ ਦੇ ਵਾਰੰਟ ਲਈ ਫਿਰਦੇ ਹੋ। ਥਾਣੇਦਾਰ, ਇਸ ਤੋਂ ਕੁਝ ਪਤਾ ਨਹੀਂ ਲੱਗਣਾ। ਪੁਲਿਸ ਦਾ ਜਦ ਜਨਾਨੀਆਂ ਨਾਲ ਵਾਹ ਪੈਂਦਾ ਏ ਤਾਂ ਪੁਲਿਸ ਹਾਰ ਜਾਂਦੀ ਹੈ। ਐਸੇ ਲਈ ਸਰਕਾਰ ਨੇ ਹੁਣ ਜਨਾਨੀਆਂ ਦੀ ਪੁਲਿਸ ਬਣਾਈ ਹੈ। ਇੱਥੇ ਪਿੰਡਾਂ ਵਿੱਚ ਕੋਈ ਇੰਤਜ਼ਾਮ ਨਹੀਂ, ਹਾਲਾਂਕਿ ਜ਼ਨਾਨਾ ਪੁਲਿਸ ਦੀ ਬਹੁਤੀ ਲੋੜ ਪਿੰਡਾਂ ਵਿੱਚ ਏ। ਸਿਪਾਹੀ, ਜੀ ਜ਼ਨਾਨੀਆਂ ਦੀ ਪੁਲਿਸ ਬੜੀ ਡਾਢੀ ਹੈ, ਲੋਹੇ ਨੂੰ ਲੋਹਾ ਕੱਟਦਾ ਏ। ਥਾਣੇਦਾਰ, ਦਿੱਲੀ ਵਿੱਚ ਜ਼ਨਾਨਾ ਪੁਲਿਸ ਆਮ ਹੈ, ਇੱਥੇ ਨਹੀਂ। ਮੈਂ ਰਿਪੋਰਟ ਕਰਾਂਗਾ। ਵੀਰਾਂ ਵਾਲੀ ਪਾਣੀ ਲੈ ਕੇ ਆਉਂਦੀ ਹੈ। ਵੀਰਾਂ ਵਾਲੀ, ਲਓ ਜੀ, ਠੰਡਾ ਏ ਖੂਹ ਦਾ। ਉਹ ਪਾਣੀ ਦੇ ਗਲਾਸ ਲੈਂਦੇ ਹਨ। ਪਾਕਿਸਤਾਨ ਸਾਡੇ ਪਿੰਡ ਖੂਹਾਂ 'ਤੇ ਚਰਖੜੀ ਹੁੰਦੀ ਸੀ, ਪਰ ਇੱਥੇ ਪੌਣੀ ਨਾਲ ਪਾਣੀ ਛੇਤੀ ਨਹੀਂ ਨਿਕਲਦਾ। ਸਾਰੇ ਘਰ ਦਾ ਪਾਣੀ ਮੈਂ ਢੋਂਦੀ ਸਾਂ, ਅਤੇ ਕਦੇ ਖੂਹ ਵਿੱਚ ਕੋਈ ਚੀਜ਼ ਡਿੱਗ ਪੈਂਦੀ
ਤਾਂ ਸਦਾ ਮੈਂ ਉਤਰਦੀ। ਇੱਕ ਵਾਰ ਸਾਡਾ ਮੇਮਣਾ ਡਿੱਗ ਪਿਆ, ਮੈਂ ਕੱਢ ਲਿਆਈ। ਥਾਣੇਦਾਰ ਅੱਛਾ। ਵਜ਼ੀਰ ਆਉਂਦਾ ਹੈ, ਉਸਦੇ ਮੋਢੇ 'ਤੇ ਤੇਸਾ ਤਿਆਰੀ ਸਨ। ਵੀਰਾਂ ਵਾਲੀ ਲਓ ਜੀ, ਉਹ ਆ ਗਿਆ ਮੇਰਾ ਪੁੱਤ। ਵੇ ਪੁੱਤ, ਸਰਕਾਰੋਂ ਤੇਰਾ ਨਾਂ ਲਿਖਣ ਆਏ ਨੇ। ਵਜ਼ੀਰਾ ਕਿਉਂ? ਵੀਰਾਂ ਵਾਲੀ ਫਰੂਜੀਆਂ ਦਾ ਨਾਂ ਲਿਖਦੀ ਫਿਰਦੀ ਹੈ ਸਰਕਾਰ। ਬਸ ਹੁਣ ਪੱਕੀ ਪਰਚੀ ਕੱਟ ਦੇਣਗੇ ਅਤੇ ਸਾਨੂੰ ਪੱਕੀ ਕੋਠੜੀ ਮਿਲ ਜਾਏਗੀ। ਇਹ ਪਾਲਣ ਜੋਗਾ ਚੋਂ ਦਾ ਖੋਲਾ ਛੱਡਾਂਗੇ। ਸ਼ੁਕਰ ਹੈ ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਥਾਣੇਦਾਰ ਕਿਉਂ ਬਈ, ਤੂੰ ਹੀ ਹੈ ਵਜ਼ੀਰਾ? ਵਜ਼ੀਰਾ ਤੇਸਾ ਤਿਆਰੀ ਰੱਖਦੇ ਹੋਏ ਜੀ। ਥਾਣੇਦਾਰ ਕੀ ਕੰਮ ਕਰਦਾ ਹੈ? ਵਜ਼ੀਰਾ ਬਸ ਜੀ 2 ਵੇਲੇ ਢਿੱਡ ਭਰਨ ਦਾ ਆਹਰ ਕਰਦਾ। ਥਾਣੇਦਾਰ ਕੀ ਕਰਦਾ ਏ? ਵਜ਼ੀਰਾ ਇਹੋ ਭੰਨਣ ਘੜਨ ਦਾ ਕੰਮ। ਥਾਣੇਦਾਰ ਭੰਨਣ ਦਾ ਕੰਮ? ਵੀਰਾਂ ਵਾਲੀ ਜੀ ਭੰਨਣ ਨਹੀਂ, ਬਸ ਘੜਦਾ ਏ। ਵਜ਼ੀਰਾ ਪਰ ਜੀ ਗੱਲ ਇਹ ਹੈ ਕਿ ਭੰਨੇ ਤੋੜੇ ਬਗੈਰ ਘੜਿਆ ਵੀ ਕੁਝ ਨਹੀਂ ਜਾਂਦਾ। ਥਾਣੇਦਾਰ ਤੂੰ ਸਿੱਧੀ ਗੱਲ ਕਰ, ਐਵੇਂ ਨਾ ਪਿਆ ਸਾਨੂੰ ਚਾਰ। ਵਜ਼ੀਰਾ ਜੀ ਮੈਂ ਤਾਂ ਸਿੱਧੀ ਗੱਲ ਕਰ ਰਿਹਾ। ਥਾਣੇਦਾਰ ਹਾਂ ਸਿੱਧੀ ਤਰ੍ਹਾਂ ਦੱਸ ਫਿਰ ਕੀ ਕਰਦਾ ਏ ਤੂੰ? ਵੀਰਾਂ ਵਾਲੀ ਵੇ ਪੁੱਤ ਆਖਦੇ ਨਾ ਕੀ ਕਰਦਾ ਏ ਤੂੰ? ਕਿਹੜਾ ਕੋਈ ਚੋਰੀ ਡਾਕਾ ਮਾਰਦਾ ਏ ਜੋ ਏਕਰ ਘੇਰੀ ਖੜੇ ਨੇ ਤੈਨੂੰ? ਥਾਣੇਦਾਰ ਚੁੱਪ ਕਰ ਮਾਈ, ਐਵੇਂ ਨਾ ਵਿੱਚ ਬੋਲ ਪਈ। ਜਾ ਆਪਣਾ ਕੰਮ ਕਰ, ਸਾਨੂੰ ਇਸ ਨਾਲ 2 ਗੱਲਾਂ ਕਰ ਲੈਣ ਦੇ। ਵੀਰਾਂ ਵਾਲੀ ਲਓ ਮੈਂ ਤੁਹਾਨੂੰ ਕੀ ਆਖਦੀ ਹਾਂ? ਵਜ਼ੀਰਾ ਬੇਬੇ ਤੂੰ ਅੰਦਰ ਚੱਲ, ਮੇਰੇ ਨਾਲ ਇਹਨਾਂ ਨੂੰ ਗੱਲ ਕਰ ਲੈਣ ਦੇ। ਵੀਰਾਂ ਵਾਲੀ ਅੰਦਰ ਜਾਂਦੀ ਹੈ। ਵਜ਼ੀਰਾ ਸਾਹਿਬ ਜੀ ਅਸੀਂ ਤਾਂ ਕਈ ਵਾਰ ਅਰਜ਼ੀ ਦਿੱਤੀ ਹੈ। ਕੱਲ੍ਹ ਸਾਡੀ ਪਿਛਲੀ ਕੰਧ ਡਿੱਗ ਪਈ, ਪਤਾ ਨਹੀਂ ਰਾਤ ਨੂੰ ਸੁੱਤੇ ਪਏ ਹੀ ਨਾ ਕਿਤੇ ਦੱਬ ਜਾਈਏ। ਕੱਚੀਆਂ ਕੰਧਾਂ ਖੁਰਖੁਰ ਬਸ ਕਾਗਜ਼ ਦੀਆਂ ਹੋ ਗਈਆਂ ਨੇ। ਥਾਣੇਦਾਰ ਮੈਨੂੰ ਤਾਂ ਦੱਸ ਭਈ ਕੀ ਕੀਤਾ ਏ ਤੇਰਾ? ਵਜ਼ੀਰਾ ਕੀਤਾ ਜਨਾਬ, ਪਾਕਿਸਤਾਨ ਬਣਨ ਤੋਂ ਪਹਿਲੋਂ ਮੈਂ ਖੇਤੀ ਕਰਦਾ ਸੀ। ਉਸ ਪਿੱਛੋਂ ਮੈਂ ਇੱਟਾਂ ਢੋਣ ਦਾ ਕੰਮ ਕੀਤਾ, ਫਿਰ ਇੱਕ ਕੀਤਾ, ਫਿਰ ਦੂਜਾ, ਫਿਰ ਤੀਜਾ। ਇੱਥੇ ਆ ਕੇ ਜੋ ਕੰਮ ਨਹੀਂ ਵੀ ਕਰਨਾ ਸੀ ਉਹ ਵੀ ਕੀਤਾ। ਛੇਕੜ ਢਿੱਡ ਨੂੰ ਬੰਦਾ ਕੀ ਨਹੀਂ ਕਰਦਾ। ਥਾਣੇਦਾਰ ਓਏ ਹੁਣ ਦੱਸ ਹੁਣ ਕੀ ਕਰਦਾ ਏ? ਵਜ਼ੀਰਾ ਹੁਣ ਮੈਂ ਬੰਬ ਬਣਾਉਂਦਾ ਹਾਂ। ਥਾਣੇਦਾਰ ਬੰਬ? ਵਜ਼ੀਰਾ ਜੀ। ਥਾਣੇਦਾਰ ਲਿਆਓ ਇਹ ਨੱਥਾ ਸਿਆਂ ਹੱਥਕੜੀ, ਇਹ ਬੰਬ ਬਣਾਉਂਦਾ ਏ ਹੱਸ ਕੇ। ਇਸ ਦਾ ਖਿਆਲ ਹੈ ਅਸੀਂ ਇਸ ਦੀਆਂ ਗੱਲਾਂ ਨੂੰ ਮਖੌਲ ਵਿੱਚ ਟਾਲ ਦੇਵਾਂਗੇ, ਪਰ ਮੈਂ ਸਾਰੀਆਂ ਗੱਲਾਂ ਜਾਣਦਾ ਹਾਂ। ਲਿਆ ਹੱਥਕੜੀ। ਵਜ਼ੀਰਾ ਜੀ ਠੀਕ ਹੈ, ਮੈਂ ਬੰਬ ਤਿਆਰ ਕਰਦਾ ਹਾਂ, ਪਰ ਹੱਥਕੜੀਆਂ ਕਿਸ ਲਈ? ਥਾਣੇਦਾਰ ਹੱਥਕੜੀਆਂ ਕਿਸ ਲਈ? ਅੱਜ ਕੱਲ੍ਹ ਦੇ ਚੋਰ ਬਹੁਤ ਚਤੁਰ ਹੋ ਗਏ ਨੇ। ਦਿੱਲੀ ਇੱਕ ਚੋਰ ਇੱਕ ਵਾਰ ਸਿੱਧਾ ਕੋਤਵਾਲੀ ਮੇਰੇ ਕੋਲ ਆ ਗਿਆ। ਉਹ ਗਹਿਣਿਆਂ ਦਾ ਡੱਬਾ ਮੇਰੇ ਸਾਹਮਣੇ ਰੱਖ ਦਿੱਤਾ ਅਤੇ ਆਖਿਆ ਕਿ ਉਸ ਚੋਰੀ ਕੀਤੀ ਸੀ। ਉਸ ਦਾ ਖਿਆਲ ਸੀ ਕਿ ਮੈਂ ਉਸ ਨੂੰ ਛੱਡ ਦੇਵਾਂਗਾ। ਸ਼ਾਇਦ ਉਹ ਮੈਨੂੰ ਰਿਸ਼ਵਤ ਦੇਣ ਲਈ ਆਇਆ ਸੀ, ਪਰ ਮੈਂ ਤਫਤੀਸ਼ ਕੀਤੀ, ਪਤਾ ਲੱਗਿਆ ਕਿ ਉਹ 10 ਸਾਲਾਂ ਦਾ ਮਫਰੂਰ ਸੀ। ਉਹ ਅੱਧੇ ਗਹਿਣੇ ਵੇਚ ਕੇ ਖਾ ਪੀ ਗਿਆ ਸੀ, ਬਾਕੀ ਦੇ ਗਹਿਣੇ ਹਜ਼ਮ ਨਾ ਹੋਏ ਤਾਂ ਇਕਬਾਲੀ ਬਣ ਗਿਆ। ਬਦਮਾਸ਼ ਇਹ ਵੀ ਉਹ ਚਾਲ ਚੱਲਦਾ ਏ। ਇਹ ਹੁਣ ਤੀਕ ਪੁਲਿਸ ਦੀ ਅੱਖ ਤੋਂ ਬਚਿਆ ਕਿੱਕਰ ਰਿਹਾ ਨੱਥਾ ਸਿਆਂ? ਸਿਪਾਹੀ ਪਤਾ ਨਹੀਂ ਜੀ। ਥਾਣੇਦਾਰ ਮੇਥੋਂ ਪਹਿਲਾਂ ਇੱਥੇ ਥਾਣੇਦਾਰ ਕੀ ਕਰਦੇ ਸਨ? ਸਿਪਾਹੀ ਜੀ ਉਹ ਤਾਂ ਬਸ ਦਿਨ ਰਾਤ ਚੁਸਕੀ ਚੜਾਈ ਗੁੱਟ ਰਹਿੰਦੇ ਸਨ। ਜੇ ਕਦੇ ਭੁੱਲ ਭੁਲੇਖੇ ਗਸ਼ਤ 'ਤੇ ਨਿਕਲਦੇ ਤਾਂ ਪਹਿਲਾਂ ਹੀ ਧੁੰਮ ਪੈ ਜਾਂਦੀ। ਚੋਰਾਂ ਨੇ ਸੁਆਹ ਲੱਭਣਾ ਸੀ। ਤੁਹਾਡੇ ਵਾਂਗ ਨਹੀਂ ਕਿ ਪੋਲੇ ਪੋਲੇ ਚੁੱਪਚਾਪ ਆਏ, ਚਲਾਕੀ ਨਾਲ ਮੌਕਾ ਦੇਖਿਆ, ਸੂਹ ਕੱਢੀ ਅਤੇ ਮੁਲਜ਼ਮ ਨੂੰ ਗੱਲੀ ਗੱਲੀ ਬਕਵਾਇਆ ਅਤੇ ਫਿਰ ਗ੍ਰਿਫਤਾਰ ਕੀਤਾ। ਥਾਣੇਦਾਰ ਲਾ ਇਸ ਦੇ ਹੱਥਕੜੀਆਂ, ਮਸਾਂ ਕਾਬੂ ਆਇਆ ਏ ਮੁਰਗਾ। ਹੱਸ ਕੇ ਇਹਨਾਂ ਚੋਰਾਂ ਡਾਕੂਆਂ ਦਾ ਕਿੱਸਾ ਵੀ ਅਜੀਬ ਹੁੰਦਾ ਏ। ਨਾ ਫਸਣ ਤਾਂ ਮਹੀਨਿਆਂ ਬੱਧੀ ਨਾ ਫਸਣ, ਫਸ ਜਾਣ ਤਾਂ ਫੋਰੇ ਵਿੱਚ ਫਸ ਜਾਣ। 100 ਦਿਨ ਚੋਰ ਦਾ, 1 ਦਿਨ ਸਾਧ ਦਾ। ਸਿਪਾਹੀ ਹੱਥਕੜੀਆਂ ਲਾਉਂਦੇ ਹੋਏ ਲਿਆ ਬਈ ਹੱਥ ਅੱਗੇ ਕਰ। ਵਜ਼ੀਰਾ ਹੱਥਕੜੀਆਂ ਕਿਉਂ? ਸਿਪਾਹੀ ਬੱਚੂ ਤੂੰ ਇੱਥੇ ਲੁਕ ਛਿਪ ਕੇ ਬੈਠਾ ਬੰਬ ਬਣਾਏ ਅਤੇ ਤੈਨੂੰ ਹੱਥਕੜੀਆਂ ਵੀ ਨਾ ਲੱਗਣ।
ਤੇ ਤੈਨੂੰ ਹੱਥਕੜੀਆਂ ਵੀ ਨਾ ਲੱਗਣ, ਤੈਨੂੰ ਤਾਂ ਸਗੋਂ ਬੇੜੀਆਂ ਵੀ ਪੈਣਗੀਆਂ। ਵੀਰਾਂ ਵਾਲੀ ਆਉਂਦੀ ਹੈ। ਵੀਰਾਂ ਵਾਲੀ ਵਜ਼ੀਰੇ ਨੂੰ ਹੱਥਕੜੀ ਵਿੱਚ ਦੇਖ ਕੇ, ਹਾਲ ਵੇ ਇਹ ਕੀ, ਤੈਨੂੰ ਹੱਥਕੜੀਆਂ ਕਾਹਦੇ ਲਈ ਸੁੱਖੀ ਸਾਂਦੀ? ਤੂੰ ਇਹਨਾਂ ਨੂੰ ਕੀ ਆਖ ਦਿੱਤਾ? ਤੈਨੂੰ ਕਾਹਦੇ ਲਈ ਬੰਨ੍ਹ ਲਿਆ ਇਹਨਾਂ? ਹਾਏ ਵੇ ਲੋਕੋ, ਮੈਂ ਲੁੱਟੀ ਗਈ। ਥਾਣੇਦਾਰ ਜੀ, ਇਹਨੇ ਕੀ ਆਖਿਆ ਤੁਹਾਨੂੰ? ਮਾਫੀ ਦਿਓ ਇਸ ਨੂੰ, ਇਹ ਤਾਂ ਗਊ ਏ, ਅਸੀਲ ਪੁੱਤਰ ਹੈ। ਥਾਣੇਦਾਰ, ਮਾਈ ਤੂੰ ਐਵੇਂ ਵਿੱਚ ਧਾਂਦਲੀ ਨਾ ਪਾ, ਇਹ ਮੰਨ ਗਿਆ ਏ। ਵੀਰਾਂ ਵਾਲੀ, ਮੰਨ ਗਿਆ ਏ? ਥਾਣੇਦਾਰ, ਹਾਂ, ਇਸ ਇਕਬਾਲ ਕਰ ਲਿਆ ਏ। ਵੀਰਾਂ ਵਾਲੀ, ਹਨੇਰ ਸਾਈਂ ਦਾ, ਮੇਰੇ ਸੁੱਖਾਂ ਲੱਦੇ ਨੂੰ ਹੱਥਕੜੀਆਂ ਪਾਉਣ ਲੱਗੇ ਹੋ। ਥਾਣੇਦਾਰ, ਅਸੀਂ ਸਾਰਾ ਹਾਲ ਪੁੱਛ ਲਿਆ ਇਸ ਤੋਂ, ਬੰਬ ਬਣਾਉਣ ਦੇ ਜੁਰਮ ਵਿੱਚ ਫੜਿਆ ਇਸ ਨੂੰ। ਵੀਰਾਂ ਵਾਲੀ, ਪਰ ਜੀ ਇਹ ਬੰਬ ਕੋਈ ਅੱਜ ਦੇ ਬਣਾਉਂਦਾ ਏ, ਇਸ ਨੂੰ ਤਾਂ 2 ਸਾਲ ਹੋ ਗਏ ਨੇ ਬਣਾਉਂਦੇ ਨੂੰ। ਥਾਣੇਦਾਰ, ਲੈ ਬਈ ਨੱਥਾ ਸਿਆਂ, 2 ਸਾਲ ਦਾ ਕੇਸ ਲੱਭਾ ਏ। ਵੀਰਾਂ ਵਾਲੀ, ਪਰ ਜੇ ਤੁਹਾਨੂੰ ਬੰਬਾਂ ਦੀ ਲੋੜ ਹੈ ਤੁਸੀਂ ਬਣਵਾ ਲਓ, ਫੜਦੇ ਕਿਉਂ? ਸਿਪਾਹੀ, ਮਾਈ ਸਾਨੂੰ ਬੰਬਾਂ ਦੀ ਲੋੜ ਨਹੀਂ, ਬੰਬ ਬਣਾਉਣ ਵਾਲੇ ਦੀ ਲੋੜ ਹੈ। ਵੀਰਾਂ ਵਾਲੀ, ਮੈਂ ਮਰ ਗਈ, ਜ਼ਰੂਰ ਕਿਰਪੀ ਸੁਨਿਆਰੀ ਨੇ ਚੁਗਲੀ ਖਾਧੀ ਹੋਣੀ ਏ ਜੀ। ਉਹ ਚੁੜੇਲ ਨੂੰ ਅਸੀਂ ਖੁਸ਼ਹਾਲੀ ਦੇ ਖੇਤ 'ਚੋਂ ਗੰਢੇ ਪੁੱਟਦੀ ਨੂੰ ਫੜਿਆ ਸੀ, ਬਸ ਉਸ ਦਿਨ ਤੋਂ ਸਾਡੇ ਵੈਰ ਪੈ ਗਈ। ਜ਼ਰੂਰ ਉਸ ਦੀ ਸ਼ਹਿ 'ਤੇ ਚੜ੍ਹਾਈਏ। ਥਾਣੇਦਾਰ, ਅਸੀਂ ਆਪੂ ਖੋਜ ਕਰਦੇ ਕਰਦੇ ਆਏ ਹਾਂ, ਤੂੰ ਵਿੱਚ ਬੌੜੀ ਨਾ ਪਈ ਕਰ। ਵੀਰਾਂ ਵਾਲੀ, ਪਰ ਉਸ ਨੂੰ ਫੜਿਆ ਕਿਸ ਜੁਰਮ ਵਿੱਚ ਜੇ? ਥਾਣੇਦਾਰ, ਇਹ ਬੰਬ ਤਿਆਰ ਕਰਦਾ ਏ। ਵੀਰਾਂ ਵਾਲੀ, ਪਰ ਇਹ ਅਸੀਂ ਕਿਹੜਾ ਜੁਰਮ ਪੇ ਕਮਾਉਂਦੇ ਹਾਂ? ਪਰਸੋਂ ਹੀ ਪਟਵਾਰੀ ਹੋਰਾਂ ਦੇ ਘਰ 2 ਬੰਬ ਇੱਥੋਂ ਗਏ, ਚੌਧਰੀ ਚੂਹੜ ਸਿੰਘ ਵੱਡੀ ਦਾੜੀ ਵਾਲੇ ਸਰਕਾਰ ਦੇ ਘਰ ਦੇ ਸੂਬੇਦਾਰਾਂ ਦੇ ਘਰ, ਸਾਰੇ ਸਾਡੇ ਕੋਲੋਂ ਹੀ ਬੰਬ ਬਣਵਾਉਂਦੇ ਨੇ। ਥਾਣੇਦਾਰ, ਬੜੀ ਖਚਰੀ ਹੈ ਬੁੱਢੀ ਏ, ਲੈ ਹੁਣ ਸਫੇਦ ਪੋਸ਼ਾਂ ਸਰਕਾਰੀ ਅਫਸਰਾਂ ਤੇ ਸਰਦਾਰਾਂ ਨੂੰ ਵੀ ਵਿੱਚ ਲੈਣ ਲੱਗੀ ਏ। ਵੀਰਾਂ ਵਾਲੀ, ਪਰ ਜੀ ਮੈਂ ਤੁਹਾਨੂੰ 3 ਪੁੱਤਾਂ ਦੀ ਸਹੁੰ ਖਾ ਕੇ ਆਖਦੀ ਹਾਂ। ਥਾਣੇਦਾਰ, ਬਹੁਤਾ ਬੋਲੀ ਨਾ ਜਾ, ਨਹੀਂ ਤਾਂ ਤੈਨੂੰ ਵੀ ਵਿੱਚੇ ਫੜ ਲਵਾਂਗੇ। ਵੀਰਾਂ ਵਾਲੀ, ਹਾਏ ਵੇ ਲੋਕੋ, ਮੈਨੂੰ ਵੀ ਫੜ ਲੈਣ ਲੱਗੇ ਨੇ। ਥਾਣੇਦਾਰ, ਨੱਥਾ ਸਿਆਂ, ਲੈ ਚੱਲ ਇਸ ਨੂੰ। ਵਜ਼ੀਰਾ, ਓਏ ਬਾਦਸ਼ਾਹੋ, ਕਿਉਂ ਇੱਕ ਗਰੀਬ ਨੂੰ ਧੂਹਣ ਲੱਗੇ ਹੋ? ਬੰਬ ਬਣਵਾ ਲਓ, ਭਾਵੇਂ ਪੈਸੇ ਨਾ ਦਿਓ। ਥਾਣੇਦਾਰ, ਚੁੱਪ ਕਰ ਬਦਮਾਸ਼, ਸਾਨੂੰ ਰਿਸ਼ਵਤ ਦੇਣਾ ਏ। ਵਜ਼ੀਰਾ, ਆਹੋ ਹਜ਼ੂਰ, ਮੈਂ ਤੁਹਾਨੂੰ ਕਾਹਦੇ ਇਨਕਾਰ ਕੀਤੀ ਹੈ? ਜੇ ਤੁਹਾਡੇ ਟਾਂਗੇ ਦੇ ਬੰਬ ਟੁੱਟੇ ਹਨ ਤਾਂ ਬਣਾ ਦੇਵਾਂਗਾ ਹਜ਼ੂਰ, ਛੇਤੀ ਤਿਆਰ ਕਰ ਦੇਵਾਂਗਾ। ਵੀਰਾਂ ਵਾਲੀ, ਜੀ ਟਾਂਗੇ ਦੇ ਬੰਬ? ਤੁਹਾਡੇ ਬੱਚੜੇ ਜੀਨ ਇਹ ਟਾਂਗੇ ਦੇ ਬੰਬ ਬਣਾਉਂਦਾ ਏ। ਥਾਣੇਦਾਰ ਹੱਸ ਕੇ, ਚਲਾਕੀ ਨਾਲ ਇਹ ਨਿਕਲਣਾ ਚਾਹੁੰਦਾ ਏ, ਅਸੀਂ ਇਹ ਸਭ ਗੱਲ ਸਮਝਦੇ ਹਾਂ। ਚੱਲ ਨੱਥਾ ਸਿਆਂ, ਇਹਨੂੰ ਲੈ ਚੱਲ, ਹਵਾਲਾਤ ਵਿੱਚ ਤੁੰਨ ਕੇ ਪੁੱਛਾਂਗੇ ਕਿ ਕਿਹੜੇ ਬੰਬ ਬਣਾਉਂਦਾ ਏ। ਇਹ ਵੱਡੀ ਸਾਜ਼ਿਸ਼ ਜਾਪਦੀ ਏ। ਉੱਥੇ ਛਿੱਤਰਾਂ ਨਾਲ ਜਦ ਇਸ ਦੀ ਕੁਟਾਈ ਕੀਤੀ ਤਾਂ ਇਹ ਆਪੇ ਬੱਕ ਪਵੇਗਾ। ਇਸ ਦੇ ਹੋਰਨਾਂ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨਾ ਏ, ਇਹ ਆਪੇ ਦੱਸੇਗਾ ਉਹਨਾਂ ਦੇ ਨਾਂ। ਲੈ ਚੱਲ। ਸਿਪਾਹੀ ਉਸ ਨੂੰ ਘਸੀਟ ਕੇ, ਚੱਲ ਓਏ। ਥਾਣੇਦਾਰ, ਸਗੋਂ ਘੁੱਗੂ ਬਣਿਆ ਖੜਾ ਏ, ਜੀਭ ਤਾਲੂ ਨਾਲ ਲੱਗ ਗਈ, ਗੱਲਾਂ ਮਾਰਦਾ ਸੀ ਚਪੜ ਚਪੜ, ਸਾਨੂੰ ਧੋਖਾ ਦੇਣ ਲਈ ਆਖਦਾ ਏ ਟਾਂਗੇ ਦੇ ਬੰਬ। ਓਏ ਜਾ ਕੇ ਪੁੱਛਾਂਗੇ ਕਿਹੜੇ ਬੰਬ ਬਣਾਉਂਦਾ ਏ ਤੂੰ, ਚੱਲ। ਵਜ਼ੀਰਾ ਰੌਲਾ ਪਾਉਂਦਾ ਹੈ, ਸਿਪਾਹੀ ਉਸ ਨੂੰ ਘਸੀਟ ਕੇ ਲੈ ਜਾਂਦਾ ਹੈ। ਥਾਣੇਦਾਰ ਸੋਟੀ ਘੁਮਾਉਂਦਾ ਹੋਇਆ ਜਾਂਦਾ ਹੈ। ਵੀਰਾਂ ਵਾਲੀ ਉੱਚੀ ਉੱਚੀ ਰੌਲਾ ਪਾਉਂਦੀ ਹੋਈ ਗਲੀ ਵਿੱਚ ਜਾਂਦੀ ਹੈ। ਪਰਦਾ ਡਿੱਗਦਾ ਹੈ ਤੇ ਕੁਝ ਔਖੇ ਸ਼ਬਦਾਂ ਦੇ ਅਰਥ ਲੱਗੇ ਹੋਣੇ ਆ ਬੱਚੇ ਇਸ ਦੇ ਵਿੱਚ। ਤੁਹਾਨੂੰ ਲਟੈਣ ਕਿਹਨੂੰ ਕਹਿੰਦੇ ਆਪਾਂ? ਸ਼ਤੀਰ, ਰੁੱਖ ਦਾ ਟਹਿਣਾ। ਪਰੋਖੋਂ, ਮਾਇਕ ਸ਼ਕਤੀ। ਤਫਤੀਸ਼, ਜੁਰਮ ਦੀ ਪੁੱਛਗਿੱਛ। ਮਫਰੂਰ, ਫਰਾਰ ਹੋਇਆ, ਭੱਜਿਆ ਹੋਇਆ। ਖਚਰੀ, ਚਤਰ, ਸ਼ਰਾਰਤੀ। ਸੋ ਬੱਚਿਓ, ਇਹ ਸਨ ਵਾਰਤਾਲਾਪ। ਅਤੇ ਜਿੱਦਾਂ ਆਪਾਂ ਦੇਖਦੇ ਹਾਂ ਵੀ ਇਕਾਂਗੀ ਦੇ ਵਿੱਚ ਆਪਾਂ ਨੂੰ ਵਾਰਤਾਲਾਪ ਆਉਂਦੇ ਨੇ, ਪ੍ਰਸ਼ਨ ਉੱਤਰ ਆਉਂਦੇ ਨੇ, ਅਤੇ ਇਸ ਦਾ ਜਿਹੜੇ ਪਾਤਰ ਨੇ ਉਹ ਆਉਂਦੇ ਨੇ, ਠੀਕ ਹੈ ਨਾ। ਹਾਂਜੀ ਬੱਚਿਓ, ਇਸ 'ਚੋਂ ਬਹੁਤ ਸਾਰੇ ਪ੍ਰਸ਼ਨ ਆਉਂਦੇ ਹੁੰਦੇ ਨੇ। ਜਿਵੇਂ ਸਭ ਤੋਂ ਪਹਿਲਾਂ ਤਾਂ ਪ੍ਰਸ਼ਨ ਇਹੀ ਹੈ ਵੀ ਜਿਹੜਾ ਬੰਬ ਕੇਸ ਇਕਾਂਗੀ ਕਿਹਨਾਂ ਨੇ ਲਿਖੀ ਹੈ? ਆਪਾਂ ਕਹਾਂਗੇ ਬਲਵੰਤ ਗਾਰਗੀ ਜੀ ਨੇ। ਫਿਰ ਉਸ ਤੋਂ ਬਾਅਦ ਆਊਗਾ
ਵੀ ਇਸ 'ਤੇ ਕਿਹੜੇ ਕਿਹੜੇ ਪਾਤਰ ਨੇ। ਆਪਾਂ ਕਹਾਂਗੇ ਵੀਰਾਂ ਵਾਲੀ, ਦੀਪੋ, ਵਜ਼ੀਰਾ, ਮਾਨਾ, ਥਾਣੇਦਾਰ, ਸਿਪਾਹੀ। ਠੀਕ ਹੈ। ਵਜ਼ੀਰਾ ਕਿਹੜੇ ਬੰਬ ਬਣਾਉਂਦਾ ਏ? ਟਾਂਗੇ 'ਤੇ ਬੰਬ ਬਣਾਉਂਦਾ ਏ। ਸਿਪਾਹੀ ਅਤੇ ਥਾਣੇਦਾਰ ਕੀ ਸਮਝਦੇ ਨੇ ਕੀ ਕਿਹੜੇ ਬੰਬ ਬਣਾਉਂਦਾ ਏ? ਉਹ ਆਪਾਂ ਕਹਾਂਗੇ ਕੈਮੀਕਲ ਬੰਬ। ਫਿਰ ਉਸ ਤੋਂ ਬਾਅਦ ਜਿਵੇਂ ਵਜ਼ੀਰਾ ਘਰੋਂ ਗਿਆ ਸੀ ਕੰਮ 'ਤੇ, ਕੀ ਲੈ ਕੇ ਗਿਆ ਸੀ? ਤੇਸਾ ਅਤੇ ਆਰੀ। ਠੀਕ ਹੈ। ਤਾਂ ਵਜ਼ੀਰਾ ਅਤੇ ਉਸਦਾ ਪਰਿਵਾਰ ਕਿੱਥੋਂ ਆਏ ਸਨ? ਆਪਾਂ ਕਹਾਂਗੇ ਰਿਫਿਊਜੀ ਸੀ, ਉਹ ਪਾਕਿਸਤਾਨ ਤੋਂ ਆਏ ਸਨ। ਫਿਰ ਆਪਾਂ ਕਹਾਂਗੇ ਕਿਹੋ ਜਿਹੇ ਹਾਲਾਤ ਸਨ ਉਹਨਾਂ ਦੇ ਘਰ ਦੇ? ਆਪਾਂ ਕਹਾਂਗੇ ਬਹੁਤ ਗਰੀਬੀ ਸੀ। ਕਿਹਨਾਂ ਦੇ ਘਰ ਦੇ ਵਿੱਚ ਰਹਿੰਦੇ ਸਨ? ਵੀ ਇੱਕ ਚੂੜੀਆਂ ਵੇਚਣ ਵਾਲਾ ਸੀ, ਉਹਦੇ ਘਰ ਦੇ ਵਿੱਚ ਰਹਿੰਦੇ ਸਨ। ਅਤੇ ਥਾਣੇਦਾਰ ਅਤੇ ਸਿਪਾਹੀ ਵੀਰਾਂ ਵਾਲੇ ਨੂੰ ਕੀ ਸਮਝਦੇ ਨੇ? ਬਹੁਤ ਚਲਾਕ ਔਰਤ ਸਮਝਦੇ ਨੇ। ਠੀਕ ਹੈ। ਦੀਪੋ ਕੀ ਖਾਂਦੀ ਫਿਰਦੀ ਹੁੰਦੀ ਹੈ? ਉਹ ਗੁੜ ਖਾਂਦੀ ਫਿਰਦੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆ ਜੋ ਵੀਰਾਂ ਵਾਲੀ ਨੂੰ ਕੀ ਭੁਲੇਖਾ ਹੁੰਦਾ ਵੀ ਉਹ ਕਾਹਦੇ ਲਈ ਆਏ ਨੇ ਥਾਣੇਦਾਰ ਅਤੇ ਸਿਪਾਹੀ? ਵੀ ਉਹਨਾਂ ਨੂੰ ਘਰ ਬਣਾ ਕੇ ਦੇਣਗੇ। ਠੀਕ ਹੈ ਨਾ। ਅਤੇ ਥਾਣੇਦਾਰ ਅਤੇ ਸਿਪਾਹੀ ਜਿਹੜਾ ਕੀ ਕਹਿੰਦੇ ਨੇ ਵਜ਼ੀਰੇ ਨੂੰ ਕਿਹੋ ਜਿਹਾ ਘਰ ਦੇਣਾ? ਵੀ ਪੱਕਾ ਘਰ, ਅਤੇ ਖਾਣ ਪੀਣ ਵੀ ਉਹਨਾਂ ਦਾ ਬਿਲਕੁਲ ਮੁਫਤ ਹੋਏਗਾ। ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਵੀ ਅੰਤ ਦੇ ਵਿੱਚ ਜਿਹੜਾ ਵਜ਼ੀਰੇ ਨੂੰ ਥਾਣੇਦਾਰ ਅਤੇ ਸਿਪਾਹੀ ਕਿੱਥੇ ਲੈ ਜਾਂਦੇ ਨੇ? ਆਪਾਂ ਇਹ ਹੱਥਕੜੀ ਲਾ ਕੇ ਗ੍ਰਿਫਤਾਰ ਕਰਕੇ ਥਾਣੇ ਲਿਜਾਂਦੇ ਨੇ। ਠੀਕ ਹੈ ਨਾ। ਇਸ ਤਰ੍ਹਾਂ ਦੇ ਪ੍ਰਸ਼ਨ ਨੇ ਬੱਚੋ। ਕੁਝ ਵਾਰਤਾਲਾਪ ਜਿਹੜੀ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਉਹਨਾਂ ਦੇ ਵਿੱਚੋਂ ਬਹੁਤ ਪ੍ਰਸ਼ਨ ਆ ਸਕਦੇ ਨੇ, ਅਤੇ ਤੁਸੀਂ ਧਿਆਨ ਨਾਲ ਸੁਣਿਓ ਇੱਕ ਇੱਕ ਵਾਰਤਾਲਾਪ ਨੇ। ਅਤੇ ਇਹ ਸਨ ਬੱਚੇ ਸਾਰੇ। ਹੁਣ ਬੱਚੋ ਆਪਾਂ ਗੱਲ ਕਰੀਏ ਜਿਵੇਂ ਪਾਤਰ ਚਿੱਤਰਨ ਦੀ ਗੱਲ ਕਰਦੇ ਹਾਂ, ਹੈ ਨਾ। ਅਤੇ ਜਿਹੜੇ ਪਾਤਰ ਚਿੱਤਰਨ ਨੇ ਬੱਚੋ, ਜਿਵੇਂ ਹੁਣ ਆਪਾਂ ਇਹਨਾਂ ਦੇ ਜਿਹੜੇ ਵਾਰਤਾਲਾਪ ਨੇ, ਡਾਇਲੋਗ ਨੇ, ਉਹਨਾਂ ਤੋਂ ਪਛਾਣ ਕਰ ਸਕਦੇ ਵੀ ਕਿਹੋ ਜਿਹੇ ਨੇ। ਅਤੇ ਉਸ ਤੋਂ ਇਲਾਵਾ ਆਪਾਂ ਤੁਹਾਨੂੰ ਹੋਰ ਜਿਹੜੀਆਂ ਪ੍ਰਮੁੱਖ ਗੱਲਾਂ ਨੇ ਬੱਚੋ ਉਹ ਦੱਸ ਦਿੰਦੇ ਹਾਂ। ਵੀ ਜਿਹੜੀ ਵੀਰਾਂ ਵਾਲੀ ਹੈ, ਸਭ ਤੋਂ ਪਹਿਲਾਂ ਪਾਤਰਾਂ ਦੇ ਵਿੱਚ ਹਰ ਇੱਕ ਪਾਤਰ ਦੀ ਆਪਾਂ ਜਾਣ ਪਹਿਚਾਣ ਦੇਣੀ ਹੁੰਦੀ ਹੈ ਵੀ ਇਹ ਪਾਤਰ ਹੈ ਕਿਹੜਾ। ਜਿਵੇਂ ਵੀਰਾਂ ਵਾਲੀ ਬਲਵੰਤ ਗਾਰਗੀ ਦੇ ਇਕਾਂਗੀ ਬੰਬ ਕੇਸ ਦਾ ਮੁੱਖ ਪਾਤਰ ਹੈ। ਇਕਾਂਗੀ ਦੀਆਂ ਸਾਰੀਆਂ ਘਟਨਾਵਾਂ ਇਸੇ ਦੁਆਲੇ ਘੁੰਮਦੀਆਂ ਹਨ, ਇਸ ਲਈ ਇਹ ਪਾਤਰ ਸਾਰੇ ਇਕਾਂਗੀ ਵਿੱਚ ਛਾਈ ਰਹਿੰਦੀ ਹੈ। ਇਸ ਦੇ ਸੁਭਾਅ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਫਿਰ ਪਰਿਵਾਰ ਆ ਗਿਆ, ਜਿਵੇਂ ਉਹਨੇ ਦੱਸਿਆ ਸੀ ਵੀ ਉਸਦੇ 3 ਪੁੱਤਰ ਨੇ ਅਤੇ 1 ਧੀ ਹੈ। ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਰਿਫਿਊਜੀ, ਉਹ ਪਾਕਿਸਤਾਨ ਤੋਂ ਆਏ ਨੇ। ਅਤੇ ਫਿਰ ਕਹਿ ਸਕਦੇ ਗਰੀਬ ਔਰਤ, ਵੀ ਉਹ ਬਹੁਤ ਗਰੀਬ ਹੁੰਦੀ ਹੈ। ਫਿਰ ਆਪਾਂ ਕਹਿ ਸਕਦੇ ਹਾਂ ਹਾਜ਼ਰ ਜਵਾਬ ਹੁੰਦੀ ਹੈ, ਉਹ ਹਰ ਗੱਲ ਭੁੰਜੇ ਨਹੀਂ ਡਿੱਗਣ ਦਿੰਦੀ, ਹੈ ਨਾ। ਫਿਰ ਉਸ ਤੋਂ ਬਾਅਦ ਕਹਿੰਦੇ ਹਾਂ ਵੀ ਉਹ ਪਛਤਾਵੇ ਦੇ ਵਿੱਚ ਰਹਿੰਦੀ ਹੈ ਵੀ ਉੱਥੇ ਉਹਨਾਂ ਕੋਲ ਕਿੰਨਾ ਕੁਛ ਸੀਗਾ। ਫਿਰ ਉਦਾਸ ਵੀ ਰਹਿੰਦੀ ਹੈ। ਆਪਣੀ ਜਿਹੜੀ ਧੀ ਹੈ ਉਸਦੇ ਵਿਆਹ ਦੀ ਚਿੰਤਾ ਵੀ ਉਸ ਨੂੰ ਲੱਗੀ ਰਹਿੰਦੀ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਬੱਚਿਓ ਵੀ ਉਹ ਕਹਿੰਦੀ ਹੈ ਵੀ ਉਹਨਾਂ ਦੇ ਘਰ ਬਣ ਜਾਣ, ਆਸ਼ਾਵਾਦੀ ਵੀ ਹੁੰਦੀ ਹੈ ਅਤੇ ਹਾਲਤ ਦੁਖੀ ਹੁੰਦੀ ਹੈ ਉਹਦੀ। ਉਸ ਤੋਂ ਬਾਅਦ ਆਪਾਂ ਕਹਿ ਸਕਦੇ ਵੀ ਆਪਣੇ ਪੁੱਤਰਾਂ ਨੂੰ ਬਹੁਤ ਪਿਆਰ ਕਰਦੀ ਹੁੰਦੀ ਹੈ। ਉਹ ਭੋਲੀ ਭਾਲੀ ਵੀ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਥਾਣੇਦਾਰ ਅਤੇ ਸਿਪਾਹੀ ਉਸ ਨੂੰ ਕੀ ਕਹਿੰਦੇ ਨੇ। ਠੀਕ ਹੈ ਨਾ। ਹਰ ਵਕਤ ਆਪਣੀ ਜਿਹੜੀ ਰੋਟੀ ਦੇ ਪ੍ਰਬੰਧ ਦੇ ਵਿੱਚ ਲੱਗੀ ਰਹਿੰਦੀ ਹੈ, ਉਹ ਵੀ ਮਤਲਬ ਕਿਸ ਤਰ੍ਹਾਂ ਸਾਡਾ ਗੁਜ਼ਾਰਾ ਹੋਵੇ। ਫਿਰ ਉਸ ਤੋਂ ਬਾਅਦ ਉਹ ਆਪਣੇ ਧੀਆਂ ਪੁੱਤਰਾਂ ਲਈ ਚਾਹੁੰਦੀ ਹੈ ਵੀ ਉਹ ਚੰਗੇ ਹੀਲੇ ਲੱਗ ਜਾਣ, ਉਹ ਹੈ ਨਾ ਕੰਮ ਕਰਨ ਲੱਗ ਜਾਣ, ਜਾਂ ਉਹਨਾਂ ਦੀ ਖੁਸ਼ਹਾਲੀ ਵਾਪਸ ਆ ਜਾਵੇ, ਹੈ ਨਾ। ਅਤੇ ਉਸ ਤੋਂ ਬਾਅਦ ਵਜ਼ੀਰਾ ਬੱਚਿਓ ਆਪਾਂ ਦੇਖਦੇ ਹਾਂ ਵੀ ਸਭ ਤੋਂ ਪਹਿਲਾਂ ਜਾਣ ਪਛਾਣ ਉੱਦਾਂ ਹੀ ਹੋਏਗੀ ਵੀ ਬਲਵੰਤ ਗਾਰਗੀ ਦੇ ਇਕਾਂਗੀ ਬੰਬ ਕੇਸ ਦਾ ਇਹ ਮੁੱਖ ਪਾਤਰ ਹੈ। ਇਹ ਪਾਤਰ ਇਕਾਂਗੀ ਦੇ ਕਥਾਨਕ ਦਾ ਕੇਂਦਰ ਬਿੰਦੂ ਹੈ। ਇਸ ਦੇ ਬੰਬ ਕੇਸ ਦੀ ਪੜਤਾਲ ਲਈ ਇਹ ਸਾਰੀ ਇਕਾਂਗੀ ਬਣਦੀ ਹੈ। ਫਿਰ ਉਸ ਤੋਂ ਬਾਅਦ ਸਾਰੀਆਂ ਗੱਲਾਂ ਆ ਗਈਆਂ ਵੀ ਕੰਮ ਦਾ ਮਾਹਰ ਹੁੰਦਾ ਹੈ, ਉਹ ਕਾਰੀਗਰ ਹੁੰਦਾ ਪੂਰਾ ਪੱਕਾ, ਹੈ ਨਾ। ਸਾਰੇ ਲੋਕ ਉਹ ਤੋਂ ਕੰਮ ਕਰਵਾਉਂਦੇ ਨੇ। ਭੋਲਾ ਭਾਲਾ ਵੀ ਹੁੰਦਾ ਹੈ, ਮਿਹਨਤੀ ਵੀ ਹੁੰਦਾ ਹੈ। ਫਿਰ ਇਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਵੀ ਉਹ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦਾ ਹੈਗਾ। ਠੀਕ ਹੈ। ਗਰੀਬ ਹੁੰਦਾ ਏ, ਪਾਕਿਸਤਾਨ ਤੋਂ ਆਉਂਦਾ, ਰਿਫਿਊਜੀ ਹੁੰਦਾ ਏ, ਰੋਜ਼ੀ ਰੋਟੀ ਲਈ ਬਹੁਤ ਪਾਪੜ ਵੇਲਦਾ ਏ ਉਹ। ਠੀਕ ਹੈ। ਅਤੇ ਇਸ ਤਰ੍ਹਾਂ ਮਿਹਨਤੀ ਹੁੰਦਾ ਹੈ। ਬੱਚੇ ਜਿਹੜੇ ਮੈਂ ਤੁਹਾਨੂੰ ਗੱਲਾਂ ਦੱਸ ਰਹੀ ਹਾਂ ਨਾ, ਪੇਪਰ ਦੇ ਵਿੱਚ ਜੇ ਤੁਸੀਂ ਲਿਖੋਗੇ, ਜਿਵੇਂ ਮੇਰੀ ਗੱਲ ਨੂੰ ਲਿਖ ਕੇ ਨਾ ਉਹਨੂੰ ਅੰਡਰਲਾਈਨ ਕਰਕੇ, ਅਤੇ ਉਸ ਤੋਂ ਬਾਅਦ ਇਹਦੀ ਵਿਆਖਿਆ ਕਰਨੀ ਆਪਾਂ ਨੇ ਵੀ ਉਹ ਜਿਵੇਂ ਵਜ਼ੀਰੇ ਦੇ ਕੰਮ ਆ ਗਏ ਸੀ ਤਾਂ ਵੀ ਕਿਹੜੇ ਕਿਹੜੇ ਕੰਮ ਉਸਨੇ ਕੀਤੇ ਸੀ। ਠੀਕ ਹੈ। ਇਸ ਤਰ੍ਹਾਂ ਥੋੜ੍ਹੀ 2-3 ਸਤਰਾਂ ਦੀ ਵਿਆਖਿਆ ਕਰੋਗੇ ਤਾਂ ਇਸ ਦੇ ਕਾਫੀ ਪੁਆਇੰਟ ਬਣ ਜਾਣਗੇ। ਠੀਕ ਹੈ। ਉਸ ਤੋਂ ਬਾਅਦ ਦੀਪੋ ਆ ਗਈ ਬੱਚੋ। ਦੀਪੋ ਮੁੱਖ ਪਾਤਰ ਨਹੀਂ, ਆਪਾਂ ਕਹਾਂਗੇ ਵੀ ਗੌਣ ਪਾਤਰ ਹੈ ਇਹ। ਠੀਕ ਹੈ। ਇਹ ਉਹੀ ਆਊਗਾ ਸੇਮ ਜਿਵੇਂ ਆਪਾਂ ਕਹਿੰਦੇ ਹਾਂ ਵੀ ਬਲਵੰਤ ਗਾਰਗੀ ਦੇ ਇਕਾਂਗੀ ਬੰਬ ਕੇਸ ਦਾ ਪਾਤਰ ਹੈ। ਠੀਕ ਹੈ। ਫਿਰ ਪਿਆਰੀ ਅਤੇ ਲਾਡਲੀ ਧੀ ਵੀ ਆ, ਉਹ ਖਾਣ ਪੀਣ ਦੀ ਸ਼ੌਕੀਨ ਵੀ ਹੁੰਦੀ ਹੈ। ਉਸ ਤੋਂ ਬਾਅਦ ਮਤਲਬ ਹਰ ਵਕਤ ਮਸਤੀ ਦੇ ਵਿੱਚ ਲੱਗੀ ਰਹਿੰਦੀ ਹੈ, ਖੇਡਣ ਵਿੱਚ ਲੱਗੀ ਰਹਿੰਦੀ ਹੈ।
ਤੇ ਫਿਰ ਆਪਾਂ ਕਹਿੰਦੇ ਵੀ ਕੰਮ ਲਈ ਬੇਫਿਕਰ ਹੁੰਦੀ ਹੈ, ਮਤਲਬ ਜਿਵੇਂ ਉਹ ਕਹਿੰਦੀ ਹੈ ਵੀ ਵਾਰ-ਵਾਰ ਕੰਮ ਕਰ ਲਓ, ਕੋਈ ਕੰਮ ਨਹੀਂ ਕਰਦੀ, ਬੇਫਿਕਰ ਰਹਿੰਦੀ ਹੈ, ਮਸਤੀ ਦੇ ਵਿੱਚ ਰਹਿੰਦੀ ਹੈ। ਠੀਕ ਹੈ ਬੱਚਿਓ। ਥਾਣੇਦਾਰ ਦਾ ਕੀ ਆ ਜਾਏਗਾ ਬੱਚਿਓ ਵੀ ਥਾਣੇਦਾਰ ਬਲਵੰਤ ਗਾਰਗੀ ਦੇ ਇਕਾਂਗੀ ਬੰਬ ਕੇਸ ਦਾ ਮਹੱਤਵਪੂਰਨ ਪਾਤਰ ਹੈ। ਇਸ ਦੀ ਗੱਲਬਾਤ ਰਾਹੀਂ ਇਕਾਂਗੀ ਦੀ ਜਿਹੜੀ ਕਥਾਨਕ ਹੈ ਉਸਨੂੰ ਅੱਗੇ ਤੋਰਿਆ ਜਾਂਦਾ। ਠੀਕ ਹੈ ਨਾ। ਚਲਾਕ ਵੀ ਆ ਉਹ, ਆਪਣੇ ਆਪ ਨੂੰ ਬੜਾ ਚਲਾਕ ਸਮਝਦਾ, ਗਲਤ ਫਹਿਮੀਆਂ ਦਾ ਸ਼ਿਕਾਰ ਹੈ। ਉਹਨੂੰ ਇਹ ਵੀ ਮੈਂ ਬੜਾ ਮਾਹਰ ਹਾਂ ਵੀ ਇੱਕ ਮਿੰਟ ਦੇ ਵਿੱਚ ਜਿਹੜੇ ਆਹ ਨੇਗੇ ਮੁਜਰਮ ਨੇ ਉਹਨਾਂ ਤੋਂ ਸਭ ਕੁਝ ਕਬੂਲ ਕਰਵਾ ਲੈਣਾ। ਠੀਕ ਹੈ। ਅਤੇ ਉਸ ਤੋਂ ਬਾਅਦ ਹੈਂਕੜਬਾਜ਼ ਵੀ ਆ ਉਹ, ਬਹੁਤ ਆਪਣੀ ਫੁਕਰੀ ਮਾਰਦਾ ਏ, ਨਿਰਦਈ ਵੀ ਹੁੰਦਾ, ਉਹ ਕਹਿੰਦਾ ਮੈਂ ਕੁੱਟਦਾ ਬਹੁਤ ਹਾਂ। ਖੁਸ਼ਾਮਦ ਪ੍ਰਸਤ ਵੀ ਹੁੰਦਾ ਏ, ਜਦ ਸਿਪਾਹੀ ਉਸਦੀ ਖੁਸ਼ਾਮਦ ਕਰਦਾ ਹੈ ਤਾਂ ਉਹ ਉਹਦੇ ਵਿੱਚ ਗੱਲਾਂ 'ਚ ਆ ਜਾਂਦਾ। ਸਖਤ ਸੁਭਾਅ ਵੀ ਹੈ ਬੱਚਿਓ ਉਹ। ਠੀਕ ਹੈ ਨਾ। ਵੀ ਭਾਵਨਾਵਾਂ ਨੂੰ ਨਹੀਂ ਸਮਝਦਾ, ਜਦੋਂ ਜਿੰਨਾ ਕੁਛ ਕਹੀ ਜਾਵੇ ਵੀਰਾਂ ਵਾਲੀ ਅਤੇ ਵਜ਼ੀਰੇ ਨੇ ਕਿੰਨਾ ਕੁਛ ਕਿਹਾ ਸੀ ਪਰ ਉਹਨੂੰ ਨਹੀਂ ਸੀ ਸਮਝਿਆ, ਭਾਵਨਾਵਾਂ ਦੀ ਕਦਰ ਨਹੀਂ ਸੀ ਕਰਦਾ ਉਹ। ਠੀਕ ਹੈ। ਇਸ ਤਰ੍ਹਾਂ ਸਾਰੇ ਇਹਦੇ ਪ੍ਰਮੁੱਖ ਪੁਆਇੰਟ ਨੇ। ਇਸ ਤੋਂ ਇਲਾਵਾ ਤੁਸੀਂ ਆਪਣੇ ਵੱਲੋਂ ਵੀ ਇਹ ਬਣਾ ਸਕਦੇ ਹੋ। ਫਿਰ ਆ ਗਈ ਆਪਣਾ ਬੱਚੋ ਜਿਹੜਾ ਸਿਪਾਹੀ ਦਾ ਪਾਤਰ ਆ ਗਿਆ। ਸਿਪਾਹੀ ਦੇ ਵਿੱਚ ਵੀ ਇਹੀ ਗੱਲਾਂ ਆਉਣਗੀਆਂ। ਸਭ ਤੋਂ ਪਹਿਲਾਂ ਜਾਣ ਪਛਾਣ ਆਵੇਗੀ ਹੈ ਨਾ ਵੀ ਇਹ ਬਲਵੰਤ ਗਾਰਗੀ ਦੀ ਜਿਹੜੀ ਇਕਾਂਗੀ ਆ ਬੰਬ ਕੇਸ ਉਸ ਦਾ ਪਾਤਰ ਹੈ। ਅਤੇ ਉਸ ਤੋਂ ਬਾਅਦ ਮੁੱਖ ਪਾਤਰ ਹੀ ਇੱਕ ਤਰ੍ਹਾਂ ਨਾਲ ਇਹਦੀ। ਅਤੇ ਫਿਰ ਉਸ ਤੋਂ ਬਾਅਦ ਉਹ ਸਾਰੀਆਂ ਗੱਲਾਂ ਆਉਣਗੀਆਂ ਵੀ ਚਲਾਕ ਵੀ ਆ ਉਹ, ਹੈ ਨਾ, ਖੁਸ਼ਾਮਦੀ ਵੀ ਹੈਗਾ, ਵੀ ਖੁਸ਼ਾਮਦ ਕਰਦਾ ਰਹਿੰਦਾ ਏ, ਆਪਣੀ ਤਰੱਕੀ ਦਾ ਚਾਹਵਾਨ ਵੀ ਉਹ ਇਸ ਕਰਕੇ ਖੁਸ਼ਾਮਦ ਕਰਦਾ ਏ। ਠੀਕ ਹੈ। ਗੱਲਾਂ ਬਹੁਤ ਕਰਦਾ ਹੈ, ਗੱਲਾਂ ਬਣਾਉਂਦਾ ਬਹੁਤ ਹੈ, ਇਲਾਕੇ ਦੇ ਵਿੱਚ ਵੀ ਉਹਦੀ ਬਣੀ ਹੋਈ ਹੈ ਖਬਰੀ ਛੱਡੇ ਹੋਏ ਨੇ ਉਹਨੇ, ਹੈ ਨਾ, ਗਲਤ ਫਹਿਮੀਆਂ ਦਾ ਸ਼ਿਕਾਰ ਹੁੰਦਾ ਉਹ ਵੀ, ਉਹਨੂੰ ਇਹ ਹੈ ਵੀ ਮੇਰੇ ਵਰਗਾ ਸਿਆਣਾ ਕੋਈ ਵੀ ਨਹੀਂ ਹੈਗਾ। ਇਹ ਸਾਰੇ ਪੁੱਤਰ ਇਸ ਦੇ ਪਾਤਰ ਨੇ। ਠੀਕ ਹੈ ਨਾ। ਪ੍ਰਸ਼ਨ ਉੱਤਰ ਜੋ ਆਪਾਂ ਪੜ੍ਹਿਆ ਸਾਰਾ ਕੁਛ ਆਊਗਾ ਵੀ ਵਜ਼ੀਰਾ ਉੱਥੇ ਦੁਕਾਨ 'ਤੇ ਕੀ ਲੈ ਕੇ ਗਿਆ ਸੀ, ਤੇਸਾ ਤਿਆਰੀ। ਇਸ ਦੇ ਵਿੱਚੋਂ ਜਿਹੜੀ ਆਪਾਂ ਇਕਾਂਗੀ ਪੜ੍ਹੀ ਹੈ ਨਾ, ਸਾਰੀ ਇਕਾਂਗੀ ਦੇ ਵਿੱਚੋਂ ਪ੍ਰਸ਼ਨ ਤੁਹਾਨੂੰ ਪੁੱਛੇ ਜਾ ਸਕਦੇ ਨੇ। ਠੀਕ ਹੈ। ਧਿਆਨ ਨਾਲ ਸੁਣਿਓ ਇਸ ਨੂੰ। ਮੈਨੂੰ ਆਸ ਹੈ ਵੀ ਤੁਸੀਂ ਸਾਰੇ ਵਾਰਤਾਲਾਪ ਅਤੇ ਪਾਤਰ ਚੰਗੀ ਤਰ੍ਹਾਂ ਸੁਣੇ ਹੋਣਗੇ ਬੱਚਿਓ। ਠੀਕ ਹੈ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।